ਤਾਂ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਹੁੰਦੇ ਆ, ਕਿਸੇ ਕੁੜੀ ਦੇ ਨਾਲ ਕੁਛ ਅਤਿਆਚਾਰ ਕਹਿ ਲਓ ਹੋ ਰਿਹਾ, ਫਿਜ਼ੀਕਲ ਵਾਇਲੈਂਸ ਹੋ ਰਹੀ ਜਾਂ ਇਮੋਸ਼ਨਲ ਕੁਛ ਹੋ ਰਿਹਾ, ਤਾਂ ਘਰ ਦੇ ਵਿੱਚ ਇੱਕਦਮ ਇਨਸੀਡੈਂਟ ਹੋਇਆ ਤਾਂ ਉਹਨਾਂ ਨੂੰ ਪਤਾ ਨਹੀਂਗਾ ਵੀ ਕਿਹਨੂੰ ਕਾਲ ਕਰਨ। ਉਹਨਾਂ ਦੇ ਨੀਡਸ ਇਸ ਤਰ੍ਹਾਂ ਦੀ ਵੀ ਉਹਨਾਂ ਦੀ ਸਿਚੁਏਸ਼ਨ ਇਹੋ ਜਿਹੀ ਸੀ, ਉਹਨਾਂ ਨੂੰ ਹਰ ਰੋਜ਼ ਚੈੱਕ ਇਨ ਕਰਦੇ ਉਹਨਾਂ ਨਾਲ ਵੀ ਠੀਕ ਨਹੀਂ ਅੱਜ ਕਿਸ ਤਰ੍ਹਾਂ ਉਹਨੂੰ ਐਂਜ਼ਾਈਟੀ ਡਿਪਰੈਸ਼ਨ ਕਿਸ ਤਰ੍ਹਾਂ ਦੀ ਹੈ। ਸੋ ਇਹ ਡਿਪੈਂਡ ਕਰਦਾ ਵੀ ਪਹਿਲੀ ਕਾਲ ਤੁਹਾਨੂੰ ਜਿਵੇਂ ਕਹਿ ਲਓ ਸਾਹਸ ਅਸੀਂ ਨਾਮ ਰੱਖਿਆ ਸੀ, ਕਰੇਜ ਤੁਹਾਨੂੰ ਹੀ ਕਰਨਾ ਪੈਣਾ ਫੋਨ ਕਰਨ ਵਾਸਤੇ। ਜਿਹੜੀ ਹੈਲਪਲਾਈਨ ਹੈ ਇਟਸ ਯੂਨੀਵਰਸਲ, ਇਟ ਹੈਜ਼ ਨੋ ਤੁਸੀਂ ਜਸਟ ਪਿਕ ਅਪ ਦ ਫੋਨ ਕਾਲ, ਕੋਈ ਨਹੀਂ ਗਾ ਪਰ ਸਾਡੇ ਕੋਲ ਰਿਸੋਰਸ ਸਾਰਿਆਂ ਵਾਸਤੇ ਹੁੰਦੇ ਹੈ ਨਾ। ਪਰ ਕਾਫੀ ਸੀਨੀਅਰਸ ਫੋਨ ਕਰਦੇ ਆ ਲੋਨਲੀਨੈਸ ਕਰਕੇ, ਜਾਂ ਉਹਨਾਂ ਨੂੰ ਕੋਈ ਘਰ 'ਚ ਕੇਅਰ ਗਿਵਰ ਚਾਹੀਦਾ ਉਹਦੇ ਲਈ ਫੋਨ ਕਰਦੇ ਆ। ਇੰਟਰਨੈਸ਼ਨਲ ਸਟੂਡੈਂਟਸ ਜਾਂ ਕੁੜੀਆਂ ਜਦੋਂ ਬੰਦਾ ਇਹ ਸੋਚਦਾ ਕਿ ਹੁਣ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਾਂਗੀ ਨਾ, ਸੋ ਅਸੀਂ ਇੱਕ ਜਿਹੜੀ ਐਨਾਲੋਜੀ ਇਹ ਦਿੰਦੇ ਕਿ ਜਿਵੇਂ ਤੁਸੀਂ ਇੱਕ ਟਨਲ 'ਚ ਆ, ਉਹਨੂੰ ਸਿਰਫ ਇੱਕ ਅੰਧੇਰਾ ਹੀ ਦਿਸਦਾ ਹੈ ਨਾ, ਉਹਨੂੰ ਲੱਗਦਾ ਨਹੀਂ ਕਿ ਇੱਕ ਤੋਂ ਇੰਨੀ ਇਹੋ ਜਿਹੀ ਪੇਨ ਹੈ ਲੱਗਦਾ ਕਿ ਇਸ ਪੇਨ 'ਚੋਂ ਮੈਂ ਨਿਕਲ ਨਹੀਂ ਸਕਦੀ। ਸੋ ਜੇ ਕੋਈ ਬੰਦਾ ਉਹ ਥੋੜ੍ਹੀ ਜਿਹੀ ਰੋਸ਼ਨੀ ਦਿਖਾ ਕੇ ਫਿਰ ਉਹਨੂੰ ਲੱਗਦਾ ਨਹੀਂ ਮੈਂ ਟਨਲ 'ਚੋਂ ਨਿਕਲ ਜਾਣਾ। ਹੁਣ ਤੁਹਾਨੂੰ ਲੱਗਦਾ ਕਿ ਪ੍ਰੋਬਲਮਸ ਹੋ ਰਹੀਆਂ, ਤੁਹਾਨੂੰ ਬੋਦਰ ਕਰਨੀਆਂ ਸ਼ੁਰੂ ਕਰਤੀਆਂ, ਟਾਕ ਅਬਾਊਟ ਇਟ, ਸਾਇਲੈਂਸ ਨਾ ਰੱਖੋ। ਟੀਵੀ ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਥੀਓ, ਜਦੋਂ ਅਸੀਂ ਇੰਡੀਆ ਵਰਗੇ ਕੰਟਰੀ ਤੋਂ ਕੈਨੇਡਾ ਵਰਗੇ ਕੰਟਰੀ 'ਚ ਆਉਂਦੇ ਹਾਂ ਤਾਂ ਇੱਥੇ ਆ ਕੇ ਰੀਸੈਟਲ ਹੁੰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਚਾਹੇ ਉਹ ਸਾਡੇ ਸਟੂਡੈਂਟਸ ਹੋਣ, ਚਾਹੇ ਜਿਹੜੇ ਲੋਕੀ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਨੇ ਜਾਂ ਸਿਟੀਜ਼ਨਸ਼ਿਪ ਵੀ ਲੈ ਲਈ ਹੈ, ਤਾਂ ਉਹਨਾਂ ਨੂੰ ਵੀ ਬਹੁਤ ਸਾਰੀਆਂ ਸੋਸ਼ਲ, ਡੋਮੈਸਟਿਕ ਅਤੇ ਹੋਰ ਤਰੀਕੇ ਦੀਆਂ ਸਾਈਕੋਲੋਜੀਕਲ ਪ੍ਰੋਬਲਮਸ ਦੇ ਨਾਲ ਜੂਝਣਾ ਪੈਂਦਾ। ਉਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਲੱਗਦਾ ਕਿ ਇਹਨਾਂ ਦੇ ਹੱਲ ਲਈ ਅਸੀਂ ਕਿੱਥੇ ਜਾਈਏ ਅਤੇ ਕੀ ਕਰੀਏ। ਅਤੇ ਇਸ ਦੇ ਲਈ ਇੱਕ ਸੰਸਥਾ ਅਵੇਲੇਬਲ ਹੈ ਜਿਹਦਾ ਨਾਮ ਹੈ ਸਾਹਸ ਕਮਿਊਨਿਟੀ ਸਰਵਿਸ ਸੁਸਾਇਟੀ। ਇਹ ਫ੍ਰੀ ਆਫ ਕਾਸਟ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, ਹੈਲਪਲਾਈਨ ਕ੍ਰੀਏਟ ਕੀਤੀ ਹੋਈ ਹੈ ਇਹਨਾਂ ਨੇ। ਸਾਨੂੰ ਅੱਜ ਖੁਸ਼ੀ ਹੈ ਕਿ ਇਸ ਸੰਸਥਾ ਦੇ ਦੋ ਅਹਿਮ ਪ੍ਰਤੀਨਿਧੀ ਐਗਜ਼ੈਕਟਿਵ ਡਾਇਰੈਕਟਰ ਨੀਨਾ ਰੰਧਾਵਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਕਰਮਜੀਤ ਕੌਰ ਸਾਡੇ ਨਾਲ ਸਟੂਡੀਓ 'ਚ ਅਵੇਲੇਬਲ ਨੇ। ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਤੁਹਾਡੀ ਇਸ ਸਾਰੇ ਤਮਾਮ ਇਸ਼ੂ ਦੇ ਬਾਰੇ। ਸੋ ਸਾਥੀਓ, ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅੱਜ ਸਾਹਸ ਕਮਿਊਨਿਟੀ ਸਰਵਿਸ ਸੁਸਾਇਟੀ ਦੇ ਐਗਜ਼ੈਕਟਿਵ ਡਾਇਰੈਕਟਰ ਨੀਨਾ ਰੰਧਾਵਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਕਰਮਜੀਤ ਕੌਰ ਨਾਲ। ਤੁਹਾਡਾ ਸਵਾਗਤ ਹੈ ਜੀ ਟੀਵੀ ਪੰਜਾਬ 'ਤੇ। ਤੁਸੀਂ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ, ਇਹ ਦੱਸਣਾ ਕਿ ਤੁਹਾਡੀ ਸੁਸਾਇਟੀ ਕੀ ਕਰਦੀ ਹੈਗੀ ਹੈ ਕਮਿਊਨਿਟੀ ਵਾਸਤੇ, ਜਾਂ ਸਾਡੇ ਜਿਹੜੇ ਲੋਕ ਇੱਥੇ ਆਉਂਦੇ ਨੇ ਮਾਈਗ੍ਰੇਟ ਹੋ ਕੇ, ਉਹਨਾਂ ਨੂੰ ਕਿਸ ਤਰੀਕੇ ਦੀਆਂ ਪ੍ਰੋਬਲਮ ਆਉਂਦੀਆਂ ਨੇ ਅਤੇ ਕਿੱਦਾਂ ਤੁਹਾਡੀ ਸੁਸਾਇਟੀ ਉਹਨਾਂ ਦੀ ਹੈਲਪ ਕਰਦੀ ਹੈ। ਠੀਕ ਹੈ ਜੀ, ਮੈਂ ਸ਼ੁਰੂ ਕਰ ਦਿੰਦੀ ਹਾਂ ਬਾਅਦ ਕਰਮਜੀਤ ਤੇ ਕੁਛ ਕਰਮਜੀਤ ਦੱਸੋ ਕਿ ਹੈ। ਸੋ ਜਿਵੇਂ ਜਿਹੜੀ ਸਾਹਸ ਕਮਿਊਨਿਟੀ ਸਰਵਿਸਿਜ਼ ਜਿਹੜਾ ਸਾਡਾ ਮੇਨ, ਜਦੋਂ ਅਸੀਂ ਇਹਨੂੰ ਸ਼ੁਰੂ ਕੀਤਾ ਨਾ, ਸਾਡਾ ਮੇਨ ਟੀਚਾ ਇਹ ਸੀਗਾ ਕਿ ਇੱਕ ਇਹੋ ਜਿਹੀ ਸੰਸਥਾ ਜਾਂ ਇਹੋ ਜਿਹੀ ਕੋਈ ਸਰਵਿਸ ਤਿਆਰ ਕੀਤੀ ਜਾਵੇ ਜਿਹੜੀ ਕਿ ਬਹੁਤ ਹੀ ਸੌਖਾ ਹੋਵੇ ਉਹਨੂੰ ਅਪਰੋਚ ਕਰਨਾ, ਹੈ ਨਾ। ਸਾਡੇ ਕੋਲ ਅਸੀਂ ਬਹੁਤ ਲੱਕੀ ਹਾਂ, ਅਸੀਂ ਇਹੋ ਜਿਹੇ ਮੁਲਕ ਵਿੱਚ ਜਿੱਥੇ ਕਿ ਬਹੁਤ ਸਾਰੀਆਂ ਸਰਵਿਸਿਜ਼ ਹੈਗੀਆਂ ਆ ਪਰ ਪਤਾ ਹੀ ਨਹੀਂ ਲੱਗਦਾ, ਹੈ ਨਾ। ਅਸੀਂ ਕੰਮਾਂ ਕਾਰਾਂ 'ਚ ਇੰਨਾ ਬਿਜ਼ੀ ਹੋ ਜਾਂਦੇ ਕਿ ਉੱਥੇ ਜਾਣਾ, ਅਪੋਇੰਟਮੈਂਟ ਬੁੱਕ ਕਰਕੇ ਜਾਣਾ ਵੀ ਇੱਕ ਵੱਡੀ ਮੁਸ਼ਕਿਲਾਤ ਆ ਜਾਂਦੀ ਹੈ। ਸੋ ਜਦੋਂ ਅਸੀਂ ਸੋਚਿਆ ਸੀ ਕਿ ਮੈਂ ਇੱਦਾਂ ਨਹੀਂ ਸੀ ਚਾਹੁੰਦੇ ਕਿ ਇਹੋ ਜਿਹਾ ਕੋਈ ਹੋਵੇ ਜਿਹੜਾ ਕਿ ਆਲਰੇਡੀ ਕੰਮ ਚੱਲ ਰਿਹਾ ਆ। ਸੋ ਇੱਕ ਇਹੋ ਜਿਹੀ ਸੀਗੇ ਕਿ ਤੁਸੀਂ ਆਪਣੇ ਗੱਡੀ 'ਚੋਂ ਫੋਨ ਕਰ ਲਓ, ਹੁਣ ਸਾਰਿਆਂ ਦੇ ਕੋਲ ਸੈੱਲ ਫੋਨ ਹੈਗੇ ਆ, ਇੱਕ ਨੰਬਰ ਆ ਜਿਹੜਾ ਤੁਸੀਂ ਜਿੱਥੇ ਮਰਜ਼ੀ ਫੋਨ ਕਰੋ ਅਤੇ ਜੋ ਵੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ, ਕੋਈ ਸਵਾਲ ਛੋਟਾ ਤੋਂ ਕੋਈ ਛੋਟਾ ਸਵਾਲ ਨਹੀਂ, ਕੋਈ ਵੱਡਾ ਨਹੀਂ, ਜਿਹੋ ਜਿਹੀ ਵੀ ਕੋਈ ਚੀਜ਼ ਆ ਸਾਨੂੰ ਫੋਨ ਕਰੋ ਅਤੇ ਅਸੀਂ ਤੁਹਾਨੂੰ ਉਸੇ ਵੇਲੇ ਤੁਹਾਡੀ ਹੈਲਪ ਕਰਾਂਗੇ, ਜੇ ਫੋਲੋ ਅਪ ਕਰਾਂਗੇ। ਅਤੇ ਸੋ ਇਹ ਸੀਗਾ ਕਿ ਬਹੁਤ ਇੱਕ ਸੁਖਾਲਾ ਜਿਹਾ ਤਰੀਕਾ ਤਾਂ ਕਿ ਅਸੀਂ ਇਹਨੂੰ ਪ੍ਰੀਵੈਂਸ਼ਨ ਕਹਿ ਦਿੱਤਾ ਜਾਂਦਾ ਹੈ ਨਾ। ਉਹਦੇ 24/7 ਤੁਹਾਡੀ ਸਰਵਿਸ ਜਿਹੜੀ ਹੈਲਪਲਾਈਨ ਹੈ ਅਵੇਲੇਬਲ ਹੈ ਫੋਨ ਕਾਲ ਲਈ? ਅਸੀਂ ਚਾਹੂੰਗੇ ਕਿ ਇੱਕ ਦਿਨ 24 ਘੰਟੇ ਦੇ 24 ਆਵਰ ਹੋ ਜਾਵੇ, ਪਰ ਹਜੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਥੋੜ੍ਹਾ ਕਰਮਜੀਤ ਜੀ, ਤੁਸੀਂ ਰੇਂਜ ਆਫ ਇਸ਼ੂਜ਼ ਦੱਸੋਗੇ ਕਿ ਕਿਹੜੇ ਇਸ਼ੂਜ਼ ਮੇਨਲੀ ਤੁਹਾਡੇ ਕੋਲ ਆਉਂਦੇ ਨੇ ਜਾਂ ਤੁਸੀਂ ਐਡਰੈਸ ਕਰਦੇ ਹੋ? So going back, 24/7, ਸੋ ਅਸੀਂ ਹਫਤੇ ਦੇ 7 ਦਿਨ ਖੋਲ੍ਹਦੇ ਹਾਂ 8 ਵਜੇ ਤੋਂ ਲੈ ਕੇ 8 ਵਜੇ ਤੱਕ। ਬਾਲੀਆਂ ਸਰਵਿਸਿਜ਼ ਜਿਹੜੀਆਂ ਹੁੰਦੀਆਂ ਮੰਡੇ ਤੋਂ ਫਰਾਈਡੇ 4:30 ਤੱਕ ਲੋ ਖਤਮ ਹੋ ਜਾਂਦੀਆਂ। ਅਤੇ ਫਿਰ ਜੋ ਕਿ ਘਰ 'ਚ ਪ੍ਰੋਬਲਮ ਆ ਜਾਏ ਜਾਂ ਕੋਈ ਆਪਾਂ ਕੁਛ ਪੁੱਛਣਾ ਹੋਵੇ ਤਾਂ ਫਿਰ ਪਤਾ ਨਹੀਂ ਹੁੰਦਾ ਕਿਹਨੂੰ ਫੋਨ ਕਰੋ, ਮੰਡੇ ਤੱਕ ਵੇਟ ਕਰਨੀ ਪੈਂਦੀ ਸੀ। ਫਿਰ ਅਸੀਂ ਸੋਚਿਆ ਸੀਗਾ ਵੀ ਅਸੀਂ ਉਹ ਗੈਪ ਜਿਹੜਾ ਐਡਰੈਸ ਕਰਨਾ ਚਾਹੁੰਦੇ ਹਾਂ
ਤੇ ਇਸ ਲਈ ਅਸੀਂ ਸੈਟਰਡੇ ਤੇ ਸੰਡੇ ਦੀ ਆਪਣੀ ਸਰਵਿਸ ਜਿਹੜੀ ਅਵੇਲੇਬਲ ਕੀਤੀ ਹੋਈ ਹੈ 8 ਤੋਂ 8 ਵਜੇ ਤੱਕ। ਕਿਹੜੇ ਇਸ਼ੂ? ਸਾਰਿਆਂ ਦੇ ਇਸ਼ੂ ਜਿਹੜੇ ਨਾ ਡਿਫਰੈਂਟ ਹੁੰਦੇ। ਕਿਸੇ ਲਈ ਇਸ਼ੂ ਹੁੰਦਾ ਹੈ ਕੋਈ ਨਵੇਂ ਆਏ ਆ, ਉਹਨਾਂ ਨੂੰ ਡਾਕਟਰ ਨਹੀਂ ਲੱਭਦਾ ਗਾ ਤੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਇੱਥੇ, ਤੇ ਲੈਂਗੁਏਜ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਹੈ। ਜੇ ਲੈਂਗੁਏਜ ਦੀ ਨਾ ਵੀ ਪ੍ਰੋਬਲਮ ਹੋਵੇ ਤਾਂ ਇੰਨੀ ਜ਼ਿਆਦਾ ਇਨਫੋਰਮੇਸ਼ਨ ਅਵੇਲੇਬਲ ਹੈ ਇੰਟਰਨੈਟ ਤੇ ਕਿ ਤੁਸੀਂ ਓਵਰਵੈਲਮ ਹੋ ਜਾਂਦੇ ਹੋ। ਮੈਂ ਕਿਹੜਾ ਡਾਕਟਰ ਲਵਾਂ, ਕਿਹਦੇ ਕੋਲ ਮੈਂ ਜਾ ਸਕਦਾ, ਕਿਹਦੇ ਕੋਲ ਓਪਨਿੰਗ ਹੈਗੀ, ਕੀ ਕਰਾਂ ਮੈਂ? ਤਾਂ ਇੱਦਾਂ ਦੇ ਇਸ਼ੂ ਹੁੰਦੇ ਵੀ ਸਾਨੂੰ ਹੈਲਪਲਾਈਨ ਨੂੰ ਫੋਨ ਕਰਕੇ ਪੁੱਛ ਸਕਦੇ ਆ ਵੀ ਕਿੱਥੋਂ ਅਸੀਂ ਡਾਕਟਰ ਲੱਭੀਏ, ਕਿਹੜਾ ਮੇਨ ਸੈਂਟਰਲ ਰਿਸੋਰਸ ਹੈ ਜਿੱਥੇ ਅਸੀਂ ਜਾ ਕੇ ਵੇਖ ਲਈਏ ਵੀ ਅਸੀਂ ਆਹ ਲੈਂਗੁਏਜ ਚਾਹੁੰਦੇ ਹਾਂ, ਮੇਰੇ ਘਰ ਤੋਂ ਇੰਨਾ ਕੁ ਦੂਰ ਹੋਵੇ ਤੇ ਕਿਹੜੀ ਅਵੇਲੇਬਿਲਿਟੀ ਉਹਨਾਂ ਦੀ ਡਾਕਟਰ ਦੀ ਹੋਵੇ, ਤੇ ਉਹ ਅਸੀਂ ਜਿਵੇਂ ਉਹਨਾਂ ਨੂੰ ਦੱਸ ਦਿੰਦੇ ਹਾਂ। ਜਾਂ ਦੂਸਰਾ ਐਕਸਟ੍ਰੀਮ ਤੁਸੀਂ ਕਹਿ ਸਕਦੇ ਜਿਸ ਤਰ੍ਹਾਂ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਹੁੰਦੇ ਆ, ਕਿਸੇ ਕੁੜੀ ਦੇ ਨਾਲ ਕੁਛ ਅਤਿਆਚਾਰ ਕਹਿ ਲਓ ਹੋ ਰਿਹਾ, ਫਿਜ਼ੀਕਲ ਵਾਇਲੈਂਸ ਹੋ ਰਹੀ ਜਾਂ ਇਮੋਸ਼ਨਲ ਕੁਛ ਹੋ ਰਿਹਾ, ਤਾਂ ਘਰ ਦੇ ਵਿੱਚ ਇੱਕਦਮ ਇੰਸੀਡੈਂਟ ਹੋਇਆ ਤਾਂ ਉਹਨਾਂ ਨੂੰ ਪਤਾ ਨਹੀਂ ਗਾ ਵੀ ਕਿਹਨੂੰ ਕਾਲ ਕਰਨ, ਤੇ ਇਹ ਨੰਬਰ ਜਿਵੇਂ ਕਹਿ ਲਓ ਕਿਤੇ ਉਹਨਾਂ ਨੂੰ ਲੱਭ ਗਿਆ, ਗੁਰਦੁਆਰੇ ਦੇ ਵਿੱਚ ਅਸੀਂ ਲਾਇਆ ਹੋਇਆ ਜਾਂ ਹੋਰ ਅਸੀਂ ਡਾਕਟਰ ਨੂੰ ਦਿੱਤੇ ਹੋਏ ਆ, ਤਾਂ ਉਹਨਾਂ ਨੇ ਫੋਨ ਕਰਕੇ ਸਾਨੂੰ ਪੁੱਛ ਲੈਣਾ ਵੀ ਆਹ ਮੇਰੀ ਸਿਚੁਏਸ਼ਨ ਹੋ ਰਹੀ ਹੈ, ਮੈਂ ਕਿਹਨੂੰ ਕਾਲ ਕਰਾਂ, ਮੈਂ ਕਿਹਦੇ ਉੱਤੇ ਹੈਲਪ ਲਵਾਂ, ਮੈਂ ਕਿਹਦੇ ਨਾਲ ਗੱਲ ਕਰਾਂ। ਮੈਂ ਘਰਦਿਆਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਉਹਨਾਂ ਨੂੰ ਦੱਸਣਾ ਨਹੀਂ ਚਾਹੁੰਦੀ ਵੀ ਮੇਰੇ ਨਾਲ ਕੀ ਹੁੰਦਾ। ਉਹ ਫਿਕਰ ਕਰਨਗੇ, ਉਹ ਬਹੁਤ ਦੂਰ ਬੈਠੇ ਕੁਝ ਨਹੀਂ ਕਰ ਸਕਦੇ। ਅੱਛਾ, ਮੈਨੂੰ ਇਹ ਦੱਸਣਾ ਜੀ ਕਿ ਇਹ ਕਿਹੜੀ ਲੈਂਗੁਏਜਸ ਦੇ ਵਿੱਚ ਸਰਵਿਸ ਤੁਹਾਡੀ ਪ੍ਰੋਵਾਈਡ ਹੁੰਦੀ ਹੈ? ਅਸੀਂ ਪੰਜਾਬੀ, ਹਿੰਦੀ, ਉਰਦੂ ਤੇ ਇੰਗਲਿਸ਼ ਦੇ ਵਿੱਚ ਇਸ ਵਕਤ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ, ਪਰ ਸਾਡਾ ਟੀਚਾ ਇਹੀ ਆ ਵੀ ਸਾਡੇ ਕੋਲ ਹੋਰ ਵੋਲੰਟੀਅਰਸ ਜੇ ਸਾਨੂੰ ਮਿਲ ਜਾਣ ਜਿਹੜੇ ਹੋਰ ਭਾਸ਼ਾ ਬੋਲ ਸਕਦੇ ਹੋਣ, ਜਿਵੇਂ ਗੁਜਰਾਤੀ ਹੋਵੇ ਜਾਂ ਹੋਰ ਕੋਈ ਵੀ ਸਾਊਥ ਇੰਡੀਅਨ ਲੈਂਗੁਏਜ ਹੋਵੇ, ਤਾਂ ਕਿ ਅਸੀਂ ਜਿਹੜੇ ਹੋਰ ਪਾਸੇ ਜਿਹੜੇ ਪੰਜਾਬੀ ਹਿੰਦੀ ਨਹੀਂ ਬੋਲਦੇ ਆਪਣੇ ਕੋਲ ਇੰਡੀਅਨ ਇੱਥੇ ਰਹਿੰਦੇ ਆ ਕੇ BC ਦੇ ਵਿੱਚ, ਉਹ ਵੀ ਸਾਨੂੰ ਕਾਲ ਕਰ ਸਕੇ, ਆਪਦੀ ਭਾਸ਼ਾ ਦੇ ਵਿੱਚ ਸਰਵਿਸ ਲੈ ਸਕਣ। ਪਰ ਨਾਓ ਹੁਣ ਇੰਗਲਿਸ਼, ਪੰਜਾਬੀ, ਹਿੰਦੀ ਤੇ ਉਰਦੂ। ਤੇ ਨਾਲੇ ਇੱਕ ਹੋਰ ਗੱਲ ਕਿ ਜਿਵੇਂ ਹੁਣ ਜਿਹੜੀ ਚਾਈਨੀਜ਼ ਕਮਿਊਨਿਟੀ ਹੈ ਉਹਨਾਂ ਦੇ ਕੋਲ ਚਾਈਨੀਜ਼ ਹੈਲਪਲਾਈਨ ਹੈਗੀ, ਸਕਸੈਸ ਵਾਲੇ ਨੂੰ ਚਲਾ ਰਹੇ ਆ। ਜਿੱਦਾਂ ਦੀ ਮੇਨ ਸਟਰੀਮ ਆ ਉਹਦੇ ਵਿੱਚ ਆਪਾਂ ਨੂੰ ਕ੍ਰਾਈਸਿਸ ਲਾਈਨ ਕਰੀਦਾ, ਉਹ ਇੱਕ ਵੈਂਕੂਵਰ ਕ੍ਰਾਈਸਿਸ ਲਾਈਨ ਆ, ਇੱਕ ਸਰੀ ਕ੍ਰਾਈਸਿਸ ਲਾਈਨ ਹੈਗੀ, ਉਹ ਇੱਕ ਫਰੇਜ਼ਰ ਹੈਲਪ ਉਹ ਰਨ ਕਰਦੇ ਆ। ਸੋ ਇਹ ਸੋ ਹੈਗੀ, ਪਰ ਜਿਹੜੀ ਇਹ ਸਾਡੀ ਆ ਇਹ ਲੈਂਗੁਏਜ ਦੇ ਨਾਲ ਜਿਹੜੀ ਤੇ ਕਲਚਰ ਇਹ ਵੀ ਬਹੁਤ ਇੰਪੋਰਟੈਂਟ ਸੀ ਹੈ ਨਾ, ਕਿ ਜੋ ਸਾਡਾ ਮਾਹੌਲ ਆ ਜਿਹੋ ਜਿਹੇ ਅਸੀਂ ਪਰਿਵਾਰਾਂ 'ਚ ਐਵੇਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਤਾਂ ਕਿ ਬਹੁਤ ਜ਼ਿਆਦਾ ਕਾਲਰ ਨੂੰ ਐਕਸਪਲੇਨ ਨਾ ਕਰਨਾ ਪਵੇ। ਇਹ ਤੁਹਾਡਾ ਜੇ ਨੀਨਾ ਜੀ ਦੇਖਿਆ ਜਾਵੇ ਕਿ ਜ਼ਿਆਦਾਤਰ ਬਹੁਤਾਤ ਆ ਜਿਹੜੀ ਉਹ what sort of cases primarily comes? ਥੋੜ੍ਹੀ ਬਹੁਤ ਮੁਸ਼ਕਿਲ ਆ ਜਿਹੜਾ ਹਜੇ ਇੰਨੀ ਛੇਤੀ ਦੱਸਣਾ ਵੀ ਕਿਹਾ, ਬਿਕੋਜ਼ ਸਾਡੇ ਕੋਲ ਬਹੁਤ ਸਿੰਪਲ ਜੀ ਜਿਵੇਂ ਕਰਨ ਜੀ ਦੱਸਿਆ ਕਿ ਕਾਲ ਆਉਂਦੀ, ਉਹ ਵੀ ਮੈਨੂੰ ਚਿੱਠੀ ਆਈ ਹੈ, ਮੈਨੂੰ ਸਮਝ ਨਹੀਂ ਲੱਗਦਾ ਕਿ ICPC ਨੇ ਮੈਨੂੰ ਕੁਛ ਭੇਜ ਦਿੱਤਾ ਹੈ ਨਾ। ਸੋ ਇਹੋ ਜਿਹੀ ਅਸੀਂ ਕਹੀਦਾ ਓਕੇ ਵੀ ਕੈਨ ਹੈਵ ਟੂ ਅ ਪੁਆਇੰਟ ਇਹੋ ਜਿਹੀ ਵੀ ਕਾਲ ਦੇ ਲਾਸਟ ਵੀਕ ਇੱਕ ਇਹੋ ਜਿਹੀ ਕਾਲ ਆਈ ਜਿਹੜੀ ਕਿ ਇੱਕੋ ਬੰਦਾ ਉਹ ਇੰਨਾ ਜ਼ਿਆਦਾ ਜਿੱਦਾਂ ਸਟਰੈਸ ਸੀ ਜਾਂ ਜਿਹੜੀ ਮੈਡੀਕੇਸ਼ਨ ਨਹੀਂ ਸੀ ਕੰਮ ਕਰਦੀ ਕਿ ਉਹ ਕਹਿ ਰਿਹਾ ਕਿ ਮੇਰੇ ਤੋਂ ਕੁਛ ਹੁੰਦਾ ਹੀ ਨਹੀਂ, ਮੇਰੇ ਤੋਂ ਉੱਠ ਹੀ ਨਹੀਂ ਹੁੰਦਾ, ਮੈਂ ਜਿਹੜਾ ਮੇਰਾ ਕਰਕੇ ਅੰਦਰ ਪਿਆ ਆਇਆ ਹੈ ਨਾ, ਅਤੇ ਇਹੋ ਜਿਹੀ ਜੀਣ ਦਾ ਕੀ ਫਰਕ ਰਾਈਟ, ਅਤੇ ਮੈਂ ਨਹੀਂ ਜੀਣਾ ਦੈਟਸ ਇਟ ਹੈ ਨਾ। ਅਤੇ ਕਹਿੰਦਾ ਮੈਨੂੰ ਕਿਸੇ ਮੇਰੇ ਫਰੈਂਡ ਨੇ ਕਿਹਾ ਸੀ ਇਹਨਾਂ ਨਾਲ ਗੱਲ ਕਰ ਲਾ ਹੈ ਨਾ, ਤੁਸੀਂ ਫਿਰ ਅਸੀਂ ਇਹਨਾਂ ਹੌਲੀ ਗੱਲ ਕੀਤੀ ਹੈ ਨਾ। ਸੋ ਟੂ ਸੁਇਸਾਈਡ ਟੂ ਇਨਫੋਰਮੇਸ਼ਨ ਪੂਰੇ ਰੇਂਜ ਦੀਆਂ ਕਾਲਸ ਆ ਜਾਂਦੀਆਂ। ਨਹੀਂ, ਫਿਰ ਤੁਹਾਡਾ ਮੈਕੈਨਿਜ਼ਮ ਕੀ ਹੈ ਉਹ ਥੋੜ੍ਹਾ ਸਮਝਾਇਓ ਕਿ ਤੁਸੀਂ ਕਿੱਦਾਂ ਹੈਲਪ ਕਰਦੇ ਹੋ? ਤੁਸੀਂ ਕਾਲ ਲੈ ਲਈ, ਇਨਫੋਰਮੇਸ਼ਨ ਤੁਹਾਡੇ ਕੋਲ ਲੈਂਡ ਕਰ ਗਈ ਸਾਰੀ, ਉਸ ਤੋਂ ਬਾਅਦ ਕੀ ਤੁਹਾਡੀ ਸਟ੍ਰੈਟਜੀ ਕੀ ਹੁੰਦੀ ਹੈ, ਕਿੱਦਾਂ ਹੈਲਪ ਕਰਦੇ ਹੋ? ਸੋ ਪਹਿਲੀ ਗੱਲ ਤਾਂ ਜਿਹੜਾ ਵੀ ਕੋਈ ਕਾਲ ਲੈਂਦਾ ਹੈ ਨਾ, ਸੋ ਇਹ ਜਿਵੇਂ ਇਟਸ ਅ ਸੀਰੀਅਸ ਇਸ਼ੂ ਰਾਈਟ। ਸੋ ਅਸੀਂ ਬਹੁਤ ਮੇਕ ਸ਼ੋਰ ਕਰਦੇ ਹਾਂ ਕਿ ਅਸੀਂ ਸਾਡੇ ਕੋਲ ਮੈਂ ਟ੍ਰੇਨਡ ਹਾਂ, ਕਰਮਜੀਤ ਫੁਲੀ ਟ੍ਰੇਨਡ, ਸਾਡੀ ਇਹ ਐਜੂਕੇਸ਼ਨ ਬੈਕਗਰਾਊਂਡ ਆ, ਮੇਰੇ ਕੋਲ 25 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਆ ਇਨ ਦਿਸ ਫੀਲਡ। ਸੋ ਜੇ ਅਸੀਂ ਪ੍ਰੋਪਰ ਟ੍ਰੇਨਿੰਗ ਦਿੰਦੇ ਹਾਂ, ਇੱਦਾਂ ਨਹੀਂ ਕਿ ਕੋਈ ਵੀ ਆ ਗਿਆ ਵੋਲੰਟੀਅਰ, ਸੋ ਅਸੀਂ ਸਕਰੀਨ ਕਰਦੇ ਹਾਂ ਕਿ ਇਹ ਬੰਦਾ ਠੀਕ ਹੈ ਹੈਲਪ ਕਰਨ ਦੇ ਉਹਦੀ ਆਪਣੀ ਕਿਹੋ ਜਿਹੀ ਸਿਚੁਏਸ਼ਨ ਹੈਗੀ ਹੈ, ਫਿਰ ਉਹ ਪ੍ਰੋਪਰ ਟ੍ਰੇਨਿੰਗ ਦੇ ਕੇ ਫਿਰ ਉਹ ਸਾਡੇ ਨਾਲ ਕੰਮ ਕਰ ਸਕਦੇ ਆ। ਸੋ ਜਿਹੜਾ ਤੁਹਾਡਾ ਦੂਜਾ ਸਵਾਲ ਸੀ ਕਿ ਜਦੋਂ ਕੋਈ ਕਾਲ ਆ ਗਈ ਫਿਰ ਉਹਦੇ ਨਾਲ ਅਸੀਂ, ਕਿਉਂਕਿ ਅਸੀਂ ਇਸ ਕੰਮ ਦੇ ਵਿੱਚ ਹੈ ਕਿ ਸਾਨੂੰ ਪਤਾ ਕਿ ਹੋਰ ਆਰਗੇਨਾਈਜੇਸ਼ਨਸ ਕੀ ਕਰ ਰਹੀਆਂ ਹੈ ਨਾ, ਕਿ ਇਸ ਇਨਸਾਨ ਨੂੰ ਜਿਵੇਂ ਇੱਕ ਐਗਜ਼ਾਮਪਲ ਵੀ ਕੋਈ ਕਹੇ ਕਿ ਮੇਰੇ ਕੋਲ ਇਨਕਮ ਹੈ ਨਹੀਂ ਹੈ ਨਾ, ਮੈਨੂੰ ਸੱਟ ਲੱਗ ਗਈ, ਐਕਸੀਡੈਂਟ ਹੋ ਗਿਆ, ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ, ਪਰ ਮੈਂ ਰੈਂਟ ਵੀ ਦੇਣਾ ਆ, ਤੇ ਮੈਂ ਗਰੋਸਰੀ ਵੀ ਲੈ ਕੇ ਆਉਣੀ, ਤਾਂ ਮੈਂ ਕੀ ਕਰਾਂ? ਫਿਰ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਸੀਗੀ ਜਿਹਨਾਂ ਦਾ ਕੰਮ ਆ ਕਿ ਉਹਨਾਂ ਨੇ ਸਿਰਫ ਤੁਹਾਡੀ ਡਿਸੇਬਿਲਿਟੀ ਐਪਲੀਕੇਸ਼ਨ ਕਰਨੀ ਹੈ। ਸੋ ਅਸੀਂ ਫਿਰ ਉਹਨੂੰ ਉੱਥੇ ਰੈਫਰ ਕਰਾਂਗੇ। ਇਕੱਲਾ ਇਹ ਨਹੀਂ ਕਿ ਹੁਣ ਉੱਥੇ ਚਲੋ ਜਾਓ ਰਾਈਟ, ਅਤੇ ਅਸੀਂ ਪਹਿਲਾਂ ਉਹਨਾਂ ਦੀ ਬੁੱਕ ਅਪਾਇੰਟਮੈਂਟ ਕਰਾਂਗੇ। ਸਾਡੇ ਕੋਲ ਇਹਨੂੰ ਫਿਰ ਐਡਵੋਕੇਸੀ ਕਹਿ ਦਿੰਦੇ ਨਾ, ਥੋੜ੍ਹਾ ਜਿਹਾ ਅਸੀਂ ਉਹਨਾਂ ਦੀ ਐਡਵੋਕੇਟ ਕਰਾਂਗੇ ਕਿ ਨਹੀਂ ਆਹ ਕਲਾਇੰਟ ਆ, ਡਾਕਟਰ ਨੂੰ ਨਹੀਂ ਚੰਗੀ ਤਰ੍ਹਾਂ ਪਤਾ ਲੱਗਾ ਕੀ ਲਿਖਣਾ ਆ, ਆਹ ਲਿਖੋ ਹੈ ਨਾ।
ਸੋ ਇਹ ਆ ਸਾਡਾ ਇੱਕ ਰੋਲ, ਤਾਂ ਕਿ ਬਹੁਤ ਜ਼ਿਆਦਾ ਖੱਜਲ ਖੁਆਰ ਨਾ ਹੋਣਾ ਪਵੇ ਬੰਦੇ ਨੂੰ, ਤੇ ਜਿਹੜੀ ਉਹਦੀ ਸਰਵਿਸ ਆ ਪ੍ਰੋਪਰ ਮਿਲ ਜਾਵੇ। ਕਰਮਜੀਤ ਜੀ, ਤੁਸੀਂ ਇਹ ਦੱਸੋ ਕਿ ਅਵੇਅਰਨੈਸ ਲੈਵਲ ਕੀ ਹੈਗਾ ਹੁਣ ਲੋਕਾਂ 'ਚ? ਕੀ ਉਹ ਵਾਕਈ ਤੁਹਾਡੇ ਕੋਲ ਕੰਟੈਕਟ ਕਰਦੇ ਨੇ ਹੈਲਪ ਲਈ, ਜਾਂ ਹਾਲੇ ਵੀ ਹੈਜ਼ੀਟੈਂਟ ਹੁੰਦੇ ਨੇ ਵੀ ਰਹਿਣ ਦੀ ਘਰ ਦਾ ਘਰ ਹੀ ਸਾਰ ਲਈਏ, ਕਿਉਂ ਬਾਹਰ ਹੈਲਪ ਲਈ ਜਾਣਾ ਹੈਗਾ? ਹਾਂਜੀ, ਇਹ ਤਾਂ ਜਿਹੜੇ ਲੋਕ ਸੁਣ ਰਹੇ ਹਨ ਉਹੀ ਦੱਸ ਸਕਦੇ ਵੀ ਉਹਨਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ। ਜਿਹੜਾ ਅਸੀਂ ਦੇਖਿਆ ਜਦੋਂ ਤੁਸੀਂ ਲਾਈਨ ਸ਼ੁਰੂ ਕੀਤੀ ਹੈ ਪਿਛਲੇ ਸਾਲ ਦੇ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ, ਜਿਹੜਾ ਕਾਲਸ ਹੈਗੇ ਉਹ ਇਨਕਰੀਜ਼ ਹੋਈਆਂ, ਤੇ ਉਹ ਡਿਪੈਂਡ ਕਰਦਾ ਜਦੋਂ ਸਾਨੂੰ ਕਾਲਸ ਆਉਂਦੀਆਂ ਤੇ ਅਸੀਂ ਕਿਸ ਤਰ੍ਹਾਂ ਦੀ ਮਦਦ ਉਹਨਾਂ ਨੂੰ ਦਿੰਦੇ ਹਾਂ। ਜੇ ਅਸੀਂ ਵੀ ਇੱਕ ਨੰਬਰ ਫੜਾ ਕੇ ਕਹਿ ਦਈਏ ਆ ਚੱਕੋ ਜੀ ਆਫਿਸ ਚਲੇ ਜਾਓ, ਉੱਥੇ ਤੁਹਾਨੂੰ ਕੋਈ ਹੈਲਪ ਕਰ ਦੋਗੇ, ਤੇ ਸਾਨੂੰ ਬਾਅਦ 'ਚੋਂ ਫੋਨ ਨਾ ਕਰਿਓ, ਆਫ ਕੋਰਸ ਉਹਨਾਂ ਨੇ ਸਾਨੂੰ ਫੋਨ ਬੈਕ ਨਹੀਂ ਕਰਨਾ। ਸਾਡੇ ਕੋਲ ਇਹ ਰੈਗੂਲਰ ਕਾਲਰ ਵੀ ਹੈਗੇ, ਮੰਨੋ ਨਾ ਮੰਨੋ, ਕਈ ਕਾਲਰ ਨੂੰ ਅਸੀਂ ਰਿਪੀਟ ਕਾਲਰ ਕਹਿੰਦੇ, ਜਦੋਂ ਸਾਨੂੰ ਉਹ ਐਵਰੀ ਡੇ ਫੋਨ ਕਰਦੇ ਆ, ਜਾਂ ਉਹਨਾਂ ਦੀ ਨੀਡਸ ਇਸ ਤਰ੍ਹਾਂ ਦੀ, ਉਹਨਾਂ ਦੀ ਸਿਚੁਏਸ਼ਨ ਇਹੋ ਜਿਹੀ, ਅਸੀਂ ਉਹਨਾਂ ਨੂੰ ਹਰ ਰੋਜ਼ ਚੈੱਕ ਇਨ ਕਰਦੇ ਉਹਨਾਂ ਨਾਲ ਵੀ ਠੀਕ ਨੇ ਅੱਜ ਕਿਸ ਤਰ੍ਹਾਂ ਦੀ ਐਂਜ਼ਾਈਟੀ ਡਿਪਰੈਸ਼ਨ ਕਿਸ ਤਰ੍ਹਾਂ ਦੀ ਹੈ। ਸੋ ਇਹ ਡਿਪੈਂਡ ਕਰਦਾ ਵੀ ਪਹਿਲੀ ਕਾਲ ਤੁਹਾਨੂੰ, ਜਿਵੇਂ ਕਹਿ ਲਓ ਸਾਹਸ ਅਸੀਂ ਨਾਮ ਰੱਖਿਆ ਸੀ, ਕਰੇਜ ਤੁਹਾਨੂੰ ਹੀ ਕਰਨਾ ਪੈਣਾ ਫੋਨ ਕਰਨ ਵਾਸਤੇ। ਹਾਂ, ਅਸੀਂ ਹੁਣ ਅੱਜ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ, ਅੱਜ ਆਪਾਂ ਇਹ ਅਵੇਅਰਨੈਸ ਲਈ ਕਰ ਰਹੇ ਹਾਂ। ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਪੋਸਟਰਸ ਲਾਏ ਹੋਏ ਆ ਸਾਹਸ ਕਮਿਊਨਿਟੀ ਸਰਵਿਸਿਜ਼ ਦੇ, ਦੱਸਣ ਵਾਸਤੇ ਵੀ ਆਹ ਸਾਡੀ ਹੈਲਪਲਾਈਨ ਹੈ, ਤੁਸੀਂ ਘਰੋਂ ਫੋਨ ਕਰ ਲਓ, ਤੁਸੀਂ ਲਾਇਬ੍ਰੇਰੀ ਜਾ ਕੇ ਫੋਨ ਕਰ ਲਓ, ਤੁਸੀਂ ਇੱਕ ਬਸ ਫੋਨ ਕਰਨਾ ਤੇ ਤੁਹਾਨੂੰ ਫੋਨ ਤੇ ਸਾਰੀ ਹੈਲਪ ਮਿਲ ਜਾਣੀ ਹੈ। ਨਾਲ ਹੀ ਨਹੀਂ ਦੱਸਣਾ ਚਾਹੁੰਦੀ ਹਾਂ ਵੀ ਅਸੀਂ ਕਿਸੇ ਦਾ ਨਾਮ ਨਹੀਂ ਪੁੱਛਦੇ। ਬਾਹਲੀ ਹੈਜ਼ੀਟੇਸ਼ਨ ਜਿਹੜੀ ਆਪਣੇ 'ਚ ਕਹਿ ਲਓ ਇਹ ਹੁੰਦੀ ਹੈ ਕਲਚਰਲੀ ਵੀ, ਮੈਨੂੰ ਪਤਾ ਮੇਰੇ ਕੋਲ ਇਸ਼ੂ ਕੋਈ ਹੈਗਾ, ਪਰ ਮੈਂ ਇਹ ਵੀ ਨਹੀਂ ਚਾਹੁੰਦੀ ਵੀ ਕਿਸੇ ਨੂੰ ਹੋਰ ਪਤਾ ਲੱਗੇ ਵੀ ਮੇਰੀ ਆਂਟੀ ਨੂੰ ਮੈਂ ਨਹੀਂ ਫੋਨ ਕਰੂੰਗੀ, ਮੈਂ ਕਿਸੇ ਨੂੰ ਹੋਰ ਨੂੰ ਕਰੂੰਗਾ, ਕਿਸੇ ਦੀ ਆਂਟੀ ਦੀ ਫਰੈਂਡ ਨਿਕਲੇ, ਗੱਲ ਨਿਕਲ ਜਾਂਦੀ ਕਮਿਊਨਿਟੀ 'ਚ। ਇਹ ਬਹੁਤ ਵੱਡਾ ਡਰ ਹੈ ਆਪਣੀ ਕਮਿਊਨਿਟੀ 'ਚ। ਸੋ ਜਦੋਂ ਸਾਨੂੰ ਫੋਨ ਕਰਦੇ, ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਨਾਮ ਨਾ ਦੱਸੋ, ਤੁਹਾਨੂੰ ਫੋਨ ਨੰਬਰ ਤਾਂ ਕਈ ਵਾਰੀ ਉਹ ਅਨੋਨਿਮਸ ਕਾਲ ਕਰਦੇ, ਸਾਡੇ ਕੋਲ ਨਹੀਂ ਆਉਂਦਾ ਤੇ ਨਹੀਂ, ਅਸੀਂ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਸੋ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਦੇ ਉਹ ਕੌਨਫੀਡੈਂਸ਼ੀਅਲ ਹੁੰਦੀ ਹੈ। ਕੌਨਫੀਡੈਂਸ਼ੀਅਲ ਇਸ ਹੱਦ ਤੱਕ ਹੁੰਦੀ ਹੈ ਵੀ ਜੇ ਸਾਨੂੰ ਕੋਈ ਹੋਰ ਵੀ ਫੋਨ ਕਰਕੇ ਪੁੱਛ ਵੀ, ਬੰਦੇ ਨੇ ਤੁਹਾਨੂੰ ਫੋਨ ਕੀਤਾ ਸੀਗਾ, ਕਿ ਜਿਵੇਂ ਬੱਚੇ ਨੇ ਕਰਤਾ, ਮੰਮੀ ਨੂੰ ਪਤਾ ਲੱਗ ਗਿਆ ਫੋਨ ਤੋਂ ਵੀ ਇਹਨੇ ਫੋਨ ਕੀਤਾ, ਉਹ ਸਾਨੂੰ ਫੋਨ ਕਰਕੇ, ਅਸੀਂ ਉਹ ਵੀ ਨਹੀਂ ਦੱਸਣਾ, ਬਿਕੋਜ਼ ਅਸੀਂ ਉਸ ਕਾਲਰ ਦੀ ਜਿਹੜੀ ਕੌਨਫੀਡੈਂਸ਼ੀਅਲਿਟੀ ਪ੍ਰੀਜ਼ਰਵ ਕਰਦੇ ਹਾਂ। ਸੋ ਹੌਲੀ ਹੌਲੀ ਆਈ ਥਿੰਕ ਜਿਵੇਂ ਜਿਵੇਂ ਲੋਕਾਂ ਦਾ ਟਰਸਟ ਵਧੂਗਾ ਕਿ ਇਹ ਸਰਵਿਸ ਠੀਕ ਹੈ, ਠੀਕ ਸਰਵਿਸ ਪ੍ਰੋਵਾਈਡ ਕਰਦੇ, ਜੋ ਕਹਿੰਦੇ ਉਹ ਕਰਦੇ, ਉਵੇਂ ਉਵੇਂ ਫਿਰ ਅਵੇਅਰਨੈਸ ਕਮਿਊਨਿਟੀ 'ਚ ਜਾਣੀ ਹੈ ਤੇ ਉਹਨਾਂ ਨੂੰ ਪਤਾ ਲੱਗਣਾ ਕਿ ਇਹ ਸਾਨੂੰ ਅੰਡਰਸਟੈਂਡ ਕਰਦੇ ਆ। ਕਿ ਵੀ ਕਾਲਰ ਹੁੰਦੇ ਕਿ ਮੈਂ ਫਲਾਨੀ ਹੈਲਪਲਾਈਨ ਕ੍ਰਾਈਸਿਸ ਲਾਈਨ ਨੂੰ ਕੀਤਾ ਸੀ, ਉਹਨੂੰ ਕੀਤਾ ਸੀ, ਉਹਨਾਂ ਨੇ ਕੁਛ ਕੀਤਾ ਨਹੀਂ, ਫਿਰ ਫੋਨ ਨਹੀਂ ਕੀਤਾ ਬੈਕ। ਸੋ ਅਸੀਂ ਯੂਨੀਕ ਆ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਚਾਹੁੰਦੇ ਹੋ ਸੇਫ ਆ ਸਾਨੂੰ ਤੁਹਾਨੂੰ ਕਾਲ ਕਰਨਾ, ਤੁਸੀਂ ਤੁਹਾਨੂੰ ਕਾਲ ਬੈਕ ਕਰ ਲੈਂਦੇ, ਤੁਸੀਂ ਨੰਬਰ ਦੇ ਦਿਓ, ਨਾਮ ਦੇ ਨਾਲ ਨਾਮ ਦੇ ਦਿਓ, ਫਿਰ ਅਸੀਂ ਇਨਫੋਰਮੇਸ਼ਨ ਲੈ ਕੇ ਅਸੀਂ ਉਹਨਾਂ ਨੂੰ ਫੋਲੋ ਅਪ ਕਰਾਂਗੇ। ਸੋ ਅਗੇਨ ਇਟ ਡਿਪੈਂਡਸ ਔਨ ਕਿ ਤੁਸੀਂ ਆਪਣੀ ਲਾਈਫ 'ਚ ਕਿੱਥੇ ਹੋ, ਤੁਹਾਨੂੰ ਕਿਸ ਤਰ੍ਹਾਂ ਦਾ ਸੁਣਿਆ ਤੁਸੀਂ ਸਾਡੀ ਹੈਲਪਲਾਈਨ ਬਾਰੇ, ਤੁਸੀਂ ਸਾਨੂੰ ਟਰਸਟ ਕਰਦੇ ਹੋ, ਅਜਮਾ ਕੇ ਦੇਖ ਲਓ ਫੋਨ ਕਰਕੇ ਕਿੱਦਾਂ ਦੀ ਹੈਲਪ ਮਿਲਦੀ ਹੈ, ਫਿਰ ਉਹੀ ਅਵੇਅਰਨੈਸ ਹੋਣੀ। ਜਿਸ ਤਰ੍ਹਾਂ ਆਪਾਂ ਸਾਰੇ ਪ੍ਰੋਗਰਾਮ ਕਰਦੇ ਤੇ ਸਾਰੇ ਕਿਤੇ ਜਾ ਕੇ ਦੱਸਦੇ। ਨੀਮਾ ਜੀ, ਇਹ ਦੱਸਣਾ ਕਿ ਫੀਮੇਲ ਦੇ ਉੱਤੇ ਜਿਹੜਾ ਅਤਿਆਚਾਰ ਦਾ ਮਾਮਲਾ ਇਹ ਬੜੇ ਸਾਲਾਂ ਤੋਂ ਚੱਲਦਾ ਆਇਆ, ਤੇ ਇੱਥੇ ਵੀ ਕੁਝ ਲੋਕ ਆਪਣੀਆਂ ਮਾੜੀਆਂ ਜਿਹੜੀਆਂ ਉਹ ਕਹਿ ਲਓ ਹੈਰੀਟੇਜ ਲੈ ਕੇ ਆਉਂਦੇ ਨੇ ਨਾਲ, ਪਰ ਹੁਣ ਇੱਕ ਨਵਾਂ ਜਿਹੜਾ ਹੈਗਾ ਇੱਕ ਇਸ਼ੂ ਕਿ ਮੇਲ ਵੀ ਕਹਿੰਦੇ ਨੇ ਵੀ ਸਾਨੂੰ ਵਿਮਨ ਕਈ ਵਾਰੀ ਐਕਸਪਲੋਇਟ ਕਰਦੀਆਂ ਨੇ, ਸਾਡੇ ਪੈਸੇ ਲਵਾ ਕੇ ਇੱਥੇ ਆ ਗਈਆਂ, ਵੀਜ਼ਾ ਲਗਾ ਲਿਆ ਸਾਡੇ ਬੇਸਿਸ ਤੇ ਸਾਨੂੰ ਇੱਥੇ ਆ ਕੇ ਡੰਪ ਕਰਤਾ, ਸਾਨੂੰ ਛੱਡਤਾ ਤੇ ਹੋਰ ਕੁਝ ਕਰ ਲਿਆ, ਮੈਰਿਜ ਕਰ ਲਈ ਜਾਂ ਕੁਝ ਕਰ ਲਿਆ। ਉੱਦਾਂ ਦੇ ਕੇਸਿਸ ਵੀ ਕਾਫੀ ਬਹੁਤਾਤ ਹੋ ਰਹੀ ਹੈ, ਕਿਉਂਕਿ ਜਿਹੜਾ ਸਾਡਾ ਨੰਬਰ ਹੈ ਨਾ, ਇਹਨੂੰ ਕਹਿੰਦੇ ਵਿਕਟਮ ਸਰਵਿਸਿਜ਼ ਜਾਂ ਪੁਲਿਸ ਪ੍ਰੋਬੇਸ਼ਨ ਆਫਿਸਰਸ ਕੋਲ ਵੀ ਹੁੰਦਾ। ਕਈ ਵਾਰੀ ਇਹੋ ਜਿਹੀ ਕੋਈ ਗੱਲ ਹੁੰਦੀ ਹੈ, ਪੁਲਿਸ ਨੂੰ ਆਉਣਾ ਪੈ ਜਾਂਦਾ, ਇਵੈਂਟ ਹੁੰਦਾ, ਫਿਰ ਉਹ ਨੰਬਰ ਦੋਨੋਂ ਪਾਰਟੀਜ਼ ਨੂੰ ਦਿੰਦੇ ਆ, ਉਹਨਾਂ ਕੋਲ ਵੀ ਆਹ ਯੂ ਗਾਇਜ਼ ਕੈਨ ਕਾਲ। ਸੋ ਸਾਨੂੰ ਜਦੋਂ ਆਉਂਦੇ ਆ, ਸਾਨੂੰ ਕਾਫੀ ਕਈ ਮੇਲ ਦੇ ਵੀ ਫੋਨ ਆਉਂਦੇ ਆ, ਪਰ ਅਗੇਨ ਉਹ ਇੱਦਾਂ ਨਹੀਂ ਵੀ ਬਹੁਤ ਜ਼ਿਆਦਾ ਆਉਂਦੇ ਆ, ਹਜੇ ਵੀ ਹੈਜ਼ੀਟੇਸ਼ਨ ਹੈਗੀ ਆ। ਫੋਰਸ ਫੀਮੇਲ ਦੀ ਜੇ ਦੇਖਿਆ ਜੇ ਕਾਊਂਟ ਜ਼ਿਆਦਾ ਆ, ਰਾਈਟ, ਪਰ ਜਿਹੜੇ ਮੇਲ ਆਉਂਦੇ ਆ ਉਹ ਇਹ ਕਿ ਉਹਨਾਂ ਨਾਲ ਇਹ ਕਿੱਦਾਂ ਇਫੈਕਟ ਹੋ ਰਹੀ ਆ, ਹੈ ਨਾ, ਕਿ ਹਾਂ ਮੈਂ ਗੁੱਸੇ ਸੀ ਜਾਂ ਮੇਰੇ ਤੋਂ ਹੱਥ ਚੱਕ ਹੋ ਗਿਆ, ਪਰ ਮੇਰਾ ਇਹ ਨਹੀਂ ਸੀਗਾ ਨਾ, ਮੈਂ ਆਪਣੇ ਸੱਚੀ ਮੈਂ ਆਪਣਾ ਪਰਿਵਾਰ ਇਕੱਠੇ ਰੱਖਣਾ ਚਾਹੁੰਦਾ, ਮੈਂ ਇਹ ਨਹੀਂ। ਪਰ ਅਸੀਂ ਦੱਸਦੇ ਹੋ ਕਿ ਮੇਰੇ ਜੇ ਬੱਚੇ ਆ, ਮਿਨਿਸਟਰੀ ਆਫ ਫੈਮਿਲੀ ਐਂਡ ਚਿਲਡਰਨ ਇਨਵੋਲਵ ਹੋਈ ਆ, ਤੇ ਅਸੀਂ ਉਹਨਾਂ ਨੂੰ ਆਲਰੇਡੀ ਉਸ ਚੀਜ਼ ਨੂੰ ਗਾਈਡ ਕਰਦੇ ਆ। ਓਕੇ ਚਲੋ ਇਹ ਹੋ ਗਿਆ, ਹੈ ਨਾ, ਹੁਣ ਤੁਸੀਂ ਆਹ ਚੀਜ਼ਾਂ ਕਰਕੇ ਕਪਲ ਕਾਉਂਸਲਿੰਗ ਦੇ ਜੋ ਵੀ ਕਰਨਾ ਚਾਹੁੰਦੇ ਆ ਰਿਸੋਰਸਿਸ ਹੈਗੇ। ਕਈ ਵਾਰੀ ਇੱਦਾਂ ਆਉਂਦੇ ਆ ਕਿ ਨਹੀਂ ਮੈਂ ਆ ਗਿਆ ਪਰ ਸਾਡਾ ਕੋਈ ਬਹੁਤ ਅਬਿਊਸਿਵ ਹੈਗੀ ਹੈ ਮੇਰੇ ਨਾਲ, ਜਾਂ ਵੀ ਮੈਨੂੰ ਕੋਈ ਮੇਰੇ ਨਾਲ ਬਹੁਤ ਜ਼ਿਆਦਾ ਹੋ ਰਿਹਾ, ਕਿਸੇ ਨਾਲ ਟੋਰਚਰ ਹੀ ਹੋ ਰਿਹਾ। ਸੋ ਸੇ ਉਹ ਜਿਹੜੀ ਡੋਮੈਸਟਿਕ ਵਾਇਲੈਂਸ, ਇਹ ਇਟ ਕੁਡ ਬੀ ਈਦਰ ਜੈਂਡਰ, ਰਾਈਟ, ਇਟ ਕੁਡ ਬੀ ਅ ਮੇਲ ਔਰ ਫੀਮੇਲ,
right? So ਮੈਂਟਲ ਹੈਲਥ ਵੀ ਅੱਜ ਕੱਲ੍ਹ ਇੱਕ ਬਹੁਤ ਵੱਡਾ ਇਸ਼ੂ ਹੈਗਾ ਜੀ, ਉਹਦੇ ਕੇਸਿਸ ਵੀ ਕਾਫੀ ਆ ਰਹੇ ਨੇ ਤੁਹਾਡੇ ਕੋਲ? ਜੀ ਜੀ, ਸੋ ਕਾਫੀ ਹੈ ਨਾ ਕਰਨੀ। ਹਾਂਜੀ, ਜਦੋਂ ਕੋਈ ਮੈਂਟਲ ਹੈਲਥ ਤੇ ਨੇ, ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਹੋਪਫੁਲੀ ਆਪਾਂ ਉਸ ਦੇਸ਼ 'ਚ ਰਹਿੰਦੇ ਹਾਂ ਤੇ ਉਸ ਟਾਈਮ 'ਚ ਆ ਗਏ ਜਿੱਥੇ ਆਪਾਂ ਮੈਂਟਲ ਇਕੁਅਲ ਟੂ ਕ੍ਰੇਜ਼ੀ ਨਹੀਂ ਕਹਿੰਦੇ ਹੁਣ, ਜਿੱਥੋਂ ਆਪਾਂ ਆਏ ਕਦੇ ਨਾ ਕਦੇ ਨੋਸ਼ਨ ਸੀਗਾ ਕਿ ਮੈਂਟਲ ਮਤਲਬ ਪਾਗਲ ਹੈ। ਜਦੋਂ ਆਪਾਂ ਮੈਂਟਲ ਹੈਲਥ ਕਹਿੰਦੇ ਆਪਾਂ ਕਹਿੰਦੇ ਆਪਣੀ ਇਮੋਸ਼ਨ ਦੀ ਗੱਲ ਕਰਦੇ ਆਪਾਂ ਫੀਲਿੰਗਸ ਦੀ ਗੱਲ ਕਰਦੇ ਹਾਂ, ਐਕਸੈਪਟੇਬਲ ਵੇ ਨਾਲ ਆਪਾਂ ਨੂੰ ਓਪਨ ਮਾਈਂਡ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂਟਲ ਹੈਲਥ ਦਾ ਮਤਲਬ ਨਹੀਂ ਹੁੰਦਾ ਕਿ ਬੰਦਾ ਪਾਗਲ ਹੈ। ਸੋ ਮੈਂਟਲ ਹੈਲਥ ਸ਼ੁਰੂ ਹੁੰਦੀ ਹੈ ਥੋੜੀ ਸਟ੍ਰੈਸ ਤੋਂ, ਫਿਰ ਉਹ ਕ੍ਰੋਨਿਕ ਸਟ੍ਰੈਸ ਹੋ ਗਿਆ, ਫਿਰ ਐਂਜ਼ਾਈਟੀ ਹੋ ਗਈ, ਫਿਰ ਡਿਪਰੈਸ਼ਨ 'ਚ ਬਦਲ ਗਈ, ਜਿਵੇਂ ਆਪਾਂ ਉਹਦੇ ਬਾਰੇ ਗੱਲ ਨਹੀਂ ਕੀਤੀ ਹੈ ਨਾ। ਤੇ ਫਿਰ ਕਈ ਵਾਰੀ ਨਾਲ ਤੁਹਾਡੇ ਹੋਰ ਜਿਵੇਂ ਕਹਿ ਲਓ ਜੈਨੇਟਿਕਸ ਐਡ ਹੋ ਜਾਂਦੇ ਆ, ਜਿਵੇਂ ਸਾਈਕੋਸਿਸ ਦੇ ਕੇਸਿਸ ਕਹਿ ਜਿੱਥੇ ਕੋਈ ਕਹਿੰਦਾ ਮੈਨੂੰ ਆਵਾਜ਼ਾਂ ਸੁਣਦੀਆਂ, ਪਾਸਟ ਵਾਲਾ ਟਰਾਮਾ ਤੁਹਾਨੂੰ ਲੱਗਦਾ ਕਿ ਮੇਰੇ ਨਾਲ ਹੁਣ ਹੋ ਰਿਹਾ, ਮੈਨੂੰ ਹੁਣ ਫੀਲ ਹੋ ਰਿਹਾ, ਉਹਨੂੰ PTSD ਕਹਿ ਦਿੰਦੇ ਆ। ਸੋ ਵਾਈਡ ਰੇਂਜ ਹੁੰਦੀ ਹੈ ਮੈਂਟਲ ਹੈਲਥ ਦੀ। ਸੋ ਮੈਂਟਲ ਹੈਲਥ ਦੇ ਕਾਜ਼ ਨੇ ਕਈ ਵਾਰੀ ਕੋਈ ਬਹੁਤ ਲੋਨਲੀ ਫੀਲ ਕਰਦਾ, ਉਹਦੇ ਕੋਲ ਗੱਲ ਕਰਨ ਵਾਸਤੇ ਨਹੀਂ ਹੁੰਦਾ, ਸਾਨੂੰ ਕਾਲ ਕਰਦੇ, ਉਹ ਐਵਰੀ ਡੇ ਕਾਲ ਕਰਦੇ, ਬਿਕਾਜ਼ ਜਦੋਂ ਕਿਸੇ ਨਾਲ ਗੱਲ ਕਰਦੇ ਆ ਅਗਲਾ ਉਹ ਜੱਜ ਫੀਲ ਕਰਦੇ ਸਮਹਾਉ ਅਨਫੋਰਚੂਨੇਟਲੀ ਆਪਣੇ ਫੈਮਿਲੀ ਮੈਂਬਰਸ ਤੋਂ ਵੀ ਤੇ ਕਮਿਊਨਿਟੀ ਤੋਂ ਵੀ, ਬਿਕਾਜ਼ ਜੇ ਮੈਂ ਨੀਨਾ ਨੂੰ ਦੇਖਾਂ ਤੇ ਮੇਰੇ ਨਾਲ ਆ ਕੇ ਗੱਲ ਕਰਨ ਵੀ ਮੇਰਾ ਅੱਜ ਠੀਕ ਨਹੀਂ ਹੈਗਾ, ਮੈਨੂੰ ਐਂ ਫੀਲ ਹੋ ਰਿਹਾ, ਹਫਤਾ ਹੋ ਗਿਆ, 10 ਦਿਨ ਹੋ ਗਏ, ਤਾਂ ਕਈ ਵਾਰੀ ਮੇਰਾ ਰਿਐਕਸ਼ਨ ਇਹ ਹੋ ਸਕਦਾ ਵੀ ਚੰਗੀ ਭਲੀ ਤਾਂ ਹੈਗਾ ਸਾਰਾ ਕੁਝ, ਜਿਹੜਾ ਮੇਰੇ ਕੋਲੇ ਕੁਛ ਹੈ ਨਹੀਂ ਮੈਂ ਉਹ ਗਿਣਦੇ ਨੇ ਕਿ ਤੁਹਾਡੇ ਕੋਲੇ ਕਾਰ ਵੀ ਹੈਗੀ ਹੈ, ਚੰਗਾ ਘਰ ਹੈਗਾ, ਕਿਸ਼ਤਾਂ ਤੁਸੀਂ ਦੇਣੀਆਂ ਨਹੀਂ, ਇਹ ਕੰਮ ਤੁਹਾਡੇ ਕੋਲ ਚੰਗਾ ਭਲਾ, ਤੇ ਫਿਰ ਤੁਹਾਨੂੰ ਕਦੇ ਵਾਸਤੇ ਮੈਂਟਲ ਹੈਲਥ ਸ਼ੀ ਇਜ਼ ਨੋਟ ਮੈਂ ਟਾਕ ਅਬਾਊਟ ਦੈਟ, ਮੈਂ ਉੱਥੇ ਇਹਨਾਂ ਨੂੰ ਬੰਦ ਕਰਤਾ ਹੈ ਨਾ। ਸੋ ਇੱਦਾਂ ਹੁੰਦਾ ਕਿ ਅਸੀਂ ਇਹ ਹੈਲਪਲਾਈਨ ਕ੍ਰੀਏਟ ਕੀਤੀ ਹੈ ਕਿ ਤੁਸੀਂ ਆਪਦੀ ਡਿਪਰੈਸ਼ਨ ਬਾਰੇ, ਐਂਜ਼ਾਈਟੀ ਬਾਰੇ, ਜਿਹੜਾ ਤੁਹਾਨੂੰ ਫਿਕਰ ਲੱਗਦਾ ਬੱਚਿਆਂ ਦਾ, ਬੱਚੇ ਡਰੱਗਸ ਵਿੱਚ ਜਾ ਰਹੇ ਆ, ਬੱਚੇ ਤੁਹਾਡੇ ਜਿਹੜੇ ਹੈਗੇ ਆ ਗੈਂਗਸ ਦੇ ਵਿੱਚ ਪੈ ਗਏ, ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਕਿਸੇ ਨੇ ਜੱਜ ਨਹੀਂ ਕਰਨਾ, ਕਿਸੇ ਨੇ ਇਹ ਨਹੀਂ ਕਹਿਣਾ ਵੀ ਤੁਸੀਂ ਤਾਂ ਕੰਮਾਂ ਤੇ ਫਿਰਦੇ ਸੀ ਤਾਂਹੀਓ ਤੁਹਾਡੇ ਬੱਚੇ ਇੱਦਾਂ ਹੋਏ। ਸੋ ਕਈ ਵਾਰੀ ਅਨਫੋਰਚੂਨੇਟਲੀ ਫੈਮਲੀਜ਼ ਤੇ ਕਮਿਊਨਿਟੀ ਤੋਂ ਤੁਹਾਨੂੰ ਇਹ ਜਿਹੀ ਚੀਜ਼ਾਂ ਬੈਕ ਆਉਂਦੀਆਂ ਤੇ ਤੁਸੀਂ ਮੈਂਟਲ ਹੈਲਥ ਬਾਰੇ ਜੇ ਅਵੇਅਰ ਵੀ ਹੋ, ਗੱਲ ਕਰਨਾ ਵੀ ਚਾਹੁੰਦੇ ਹੋ, ਤੁਹਾਡੇ ਕੋਲ ਪਲੇਟਫਾਰਮ ਨਹੀਂ ਹੈ ਜੇ ਪ੍ਰੋਵਾਈਡ ਕਰਦੇ ਆਪਣੀ ਕਮਿਊਨਿਟੀ ਸਾਹਮਣੇ। ਨੀਨਾ ਜੀ ਇਹ ਦੱਸਣਾ ਕਿ ਵਿਊਅਰਸ ਦੀ ਜਾਣਕਾਰੀ ਵਾਸਤੇ ਦੱਸ ਦਿਓ ਕਿ ਤੁਸੀਂ PR ਸਿਟੀਜ਼ਨ ਤੋਂ ਇਲਾਵਾ ਜਿਹੜੇ ਸਟੂਡੈਂਟ ਨੇ ਜਾਂ ਹਰ ਕੈਟੇਗਰੀ ਦੇ, ਕਈ ਲੋਕੀ ਸਾਡੇ ਵਿਜ਼ਟਰ ਵੀਜ਼ੇ ਤੇ ਵੀ ਆਉਂਦੇ ਨੇ, ਕਿ ਹਰ ਰੇਂਜ ਦੇ ਲੋਕਾਂ ਨੂੰ ਤੁਸੀਂ ਗਾਈਡ ਕਰਦੇ ਹੋ, ਅਸਿਸਟ ਕਰਦੇ ਹੋ? ਸੋ ਮੇਨ ਗੱਲ ਤੇ ਕਿਉਂਕਿ ਇੱਕ ਫੋਨ ਨੰਬਰ ਆ, ਕੋਈ ਵੀ ਫੋਨ ਕਰ ਲਵੇ ਹੈ ਨਾ। ਸੋ ਅਸੀਂ ਤਾਂ ਪੁੱਛਦੇ ਵੀ ਨਹੀਂ ਕਿ ਤੁਸੀਂ ਹਾਂ ਮੈਂ ਤਾਂ ਅਸੀਂ ਪੁੱਛਾਂਗੇ ਜੇ ਤੁਸੀਂ ਕੋਈ ਸਰਵਿਸ ਲੈਣੀ ਆ ਕਿਸੇ ਹੋਰ ਏਜੰਸੀ ਤੋਂ। ਕਈ ਵਾਰੀ ਕਿਸੇ ਹੋਰ ਏਜੰਸੀ ਦਾ ਮੈਂਡੇਟ ਹੁੰਦਾ ਕਿ ਅਸੀਂ ਰੈਫਿਊਜੀਜ਼ ਦੀ ਹੈਲਪ ਕਰਦੇ ਹਾਂ, ਐਡਿਕਸ਼ਨਸ ਦੀ ਹੈਲਪ ਕਰਦੇ, ਪਰ ਜਿਹੜੀ ਹੈਲਪਲਾਈਨ ਹੈ ਇਟਸ ਯੂਨੀਵਰਸਲ, ਇਟ ਹੈਜ਼ ਨੋ, ਤੁਸੀਂ ਜਸਟ ਪਿਕ ਅਪ ਦ ਫੋਨ ਕਾਲ, ਕੋਈ ਨਹੀਂ ਗਾ, ਪਰ ਸਾਡੇ ਕੋਲ ਰਿਸੋਰਸ ਸਾਰਿਆਂ ਵਾਸਤੇ ਹੈਗੇ ਹੈ ਨਾ। ਕਾਫੀ ਸੀਨੀਅਰਸ ਫੋਨ ਕਰਦੇ ਆ ਲੋਨਲੀਨੈਸ ਕਰਕੇ, ਜਾਂ ਉਹਨਾਂ ਨੂੰ ਕੋਈ ਘਰ 'ਚ ਕੇਅਰ ਗਿਵਰ ਚਾਹੀਦਾ ਉਹਦੇ ਲਈ ਫੋਨ ਕਰਦੇ ਆ। ਇੰਟਰਨੈਸ਼ਨਲ ਸਟੂਡੈਂਟਸ, ਯੰਗ ਕੁੜੀਆਂ ਕਰਦੀਆਂ। ਕਈ ਵਾਰੀ ਸਾਨੂੰ ਲੈਂਡਲੋਰਡ ਫੋਨ ਕਰਦੇ ਆ ਕਿ ਸਾਡੇ ਟੈਨੈਂਟ ਆ ਉਹ ਨਿਕਲ ਨਹੀਂ ਰਹੇ, ਬਹੁਤ ਖਲਾਰਾ ਪਾਇਆ ਆ ਅੰਦਰ ਦੇ। ਸੋ ਅਸੀਂ ਜਿਹੜੀ ਸਹੀ ਇਨਫੋਰਮੇਸ਼ਨ, ਸਾਡਾ ਸਮਝ ਨਹੀਂ ਆ ਵੀ ਅਸੀਂ ਜਿਹੜੀ ਸਹੀ ਇਨਫੋਰਮੇਸ਼ਨ ਆ, ਜਿਹੜੀ ਕਿ ਇੱਥੇ ਦੀਆਂ ਪੋਲਿਸੀਜ਼ ਤੇ ਪ੍ਰੋਸੀਜਰਸ ਹੈਗੀਆਂ, ਅਸੀਂ ਉਹ ਇਨਫੋਰਮੇਸ਼ਨ ਦੇਣੀ ਹੈ। ਕਰਮਜੀਤ ਜੀ, ਕੁਛ ਲੋਕ ਇਹ ਵੀ ਫੀਲ ਕਰਦੇ ਆ ਕਿ ਜਦੋਂ ਵਿਮਨ ਖਾਸ ਕਰਕੇ ਤੁਹਾਨੂੰ ਕਾਲ ਕਰਦੀਆਂ ਨੇ, ਆਪਣੀ ਪ੍ਰੋਬਲਮ ਸ਼ੇਅਰ ਕਰਦੀਆਂ ਨੇ, ਫਿਰ ਤੁਸੀਂ ਇੰਟਰਵੀਨ ਕਰਦੇ ਹੋ ਕਿ ਤੁਸੀਂ ਡਿਊ ਟੂ ਯੋਰ ਐਕਸ਼ਨ ਪਲਾਨ ਉਹਨਾਂ ਦੀ ਫੈਮਿਲੀ 'ਚ ਤੁਸੀਂ ਇੰਟਰਫੀਅਰ ਕਰ ਰਹੇ ਹੋ ਅਨਸੈਸਰਲੀ। ਕਈ ਲੋਕ ਇਹ ਵੀ ਸੋਚਦੇ ਹੋਣੇ ਤੁਸੀਂ ਸ਼ਾਇਦ ਉਹਨਾਂ ਦੀ ਅਨਡਿਊ ਇੰਟਰਫੀਅਰੈਂਸ ਨਾਲ ਉਹਨਾਂ ਦੀ ਫੈਮਿਲੀ ਤੋੜ ਰਹੇ ਹੋ, ਇੱਦਾਂ ਦੀ ਵੀ ਕੋਈ ਫੀਲਿੰਗ ਹੈ? ਹਾਂਜੀ, ਅਨਕੋਮਨ ਹੀ ਹੈ ਅਜ਼ੰਪਸ਼ਨ, ਬਿਕਾਜ਼ ਉਹਨਾਂ ਨੂੰ ਕਈ ਵਾਰੀ ਲੱਗ ਸਕਦਾ ਦੂਜੀ ਪਾਰਟੀ ਨੇ, ਜਦੋਂ ਕਿਸੇ ਕੁੜੀ ਨੇ ਫੋਨ ਕੀਤਾ ਪਹਿਲਾਂ ਉਹਨੂੰ ਪਤਾ ਨਹੀਂ ਸੀ ਰਿਸੋਰਸਿਸ। ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਕੋਈ ਫੋਨ ਕਰਦਾ, ਹਰ ਕੁੜੀ ਦੀ ਇੰਟੈਂਸ਼ਨ ਇਹ ਨਹੀਂ ਹੁੰਦੀ ਵੀ ਘਰ ਛੱਡ ਕੇ ਜਾਣਾ ਚਾਹੁੰਦੀ ਹੈ। ਤਾਂ ਹੀ ਇਹ ਹੈਲਪਲਾਈਨ ਕ੍ਰੀਏਟ ਕੀਤੀ ਸੀ ਕਿ ਮੇਨ ਸਟ੍ਰੀਮ ਤੁਸੀਂ ਗੱਲ ਕਰਦੇ ਤਾਂ ਤੁਹਾਨੂੰ ਕਹਿ ਦਿੰਦੇ ਦੋ ਆਪਸ਼ਨਸ ਦੇਖ ਲਓ, ਜਾਂ ਤਾਂ ਉੱਦਾਂ ਹੀ ਚਲੋ ਜਾਂ ਤੁਸੀਂ ਫਿਰ ਚਲੇ ਜਾਓ, ਹੈ ਨਾ। ਸਾਨੂੰ ਪਤਾ ਕਿ ਆਪਣਾ ਕਲਚਰ ਕੀ, ਅਸੀਂ ਵੀ ਉਸੇ ਕਲਚਰ ਤੋਂ ਆਏ ਹਾਂ, ਅਸੀਂ ਵੀ ਉੱਦਾਂ ਦੀਆਂ ਫੈਮਿਲੀਜ਼ ਨੂੰ ਬਿਲੋਂਗ ਕਰਦੇ ਹਾਂ, ਉਹਨਾਂ ਦੀ ਭਾਸ਼ਾ ਬੋਲਦੇ ਹਾਂ, ਤਾਂ ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ ਕਿ ਕੀ ਚਾਹੁੰਦੇ ਹੋ, ਕੀ ਹੋ ਰਿਹਾ ਉਹਨਾਂ ਨਾਲ। ਜੋ ਕਹਿੰਦੇ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਹਾਂ, ਸੇਫਟੀ ਫਸਟ ਹੁੰਦੀ ਹੈ ਨਾ। ਤੁਹਾਡੇ ਨਾਲ ਫਿਜ਼ੀਕਲ ਅਬਿਊਜ਼ ਹੋ ਰਹੀ ਹੈ, ਤੁਸੀਂ ਸੇਫ ਹੈਗੇ ਹੋ ਨਹੀਂ ਹੈਗੇ, ਜੋ ਸੇਫ ਹੈਗੇ ਹੋ ਕਿਹੜੀ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗ ਰਹੀਆਂ ਵੀ ਤੁਸੀਂ ਐਡਰੈਸ ਕਰਨਾ ਚਾਹੁੰਦੇ ਹੋ, ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਮੈਂ ਫਿਰ ਆਪਦੇ ਘਰ 'ਚ ਬੈਟਰ ਤਰੀਕੇ ਨਾਲ, ਕਿ ਤੁਹਾਡੀ ਕਮਿਊਨੀਕੇਸ਼ਨ ਗੈਪ ਹੋ ਰਿਹਾ ਕਪਲ ਦੇ ਵਿੱਚ, ਕਿ ਬੱਚਿਆਂ ਬਾਰੇ ਹੋ ਰਿਹਾ, ਕੀ ਚੀਜ਼ ਹੈ ਨਾ। ਸੋ ਸਾਡਾ ਮਕਸਦ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਹੈਲਪ ਮੰਗ ਰਹੇ ਆ, ਉਹਨਾਂ ਨੂੰ ਜਾਣਕਾਰੀ ਦੇਣੀ ਵੀ ਸੋਸਾਇਟੀ ਦੇ ਵਿੱਚ, ਆਪਣੇ ਇੱਥੇ ਕੈਨੇਡੀਅਨ ਸੋਸਾਇਟੀ ਦੇ ਵਿੱਚ ਕੀ ਉਹਨਾਂ ਕੋਲ ਰਾਈਟਸ ਹੈਗੇ ਹੈ ਨਾ। ਸੋ ਅਗੇਨ ਹਰ ਇੱਕ ਕੋਲ ਰਾਈਟਸ ਹੁੰਦੇ, ਕਿ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਸਾਡਾ ਫਰਜ਼ ਹੁੰਦਾ ਉਹਨਾਂ ਨੂੰ ਉਹਨਾਂ ਦੇ ਰਾਈਟਸ ਬਾਰੇ ਜਾਣਕਾਰੀ ਕਰਾਉਣਾ,
ਉਹਨਾਂ ਨੂੰ ਦੱਸਣਾ ਕਿ ਜੇ ਕਈ ਵਾਰ ਕਹਿੰਦੇ ਜੇ ਮੈਨੂੰ ਘਰੋਂ ਕੱਢ ਤਾਂ ਮੇਰੇ ਕੋਲ ਤਾਂ ਕਿਤੇ ਜਾਣ ਵਾਸਤੇ ਨਹੀਂ, ਮੈਂ ਤਾਂ ਹੀ ਨਹੀਂ ਜਾਂਦੀ ਕਿਉਂਕਿ ਮੈਨੂੰ ਪਤਾ ਨਹੀਂ ਮੈਂ ਕਿੱਥੇ ਜਾ ਕੇ ਰਹਿਣਾ, ਮੇਰੇ ਕਿਹੜੇ ਮਾਂ ਪਿਓ ਬੈਠੇ ਇੱਥੇ। ਤੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਲੋਕ ਜੇ ਤੁਹਾਡੇ ਕੋਲ ਇਹੋ ਜਿਹੀ ਸਿਚੁਏਸ਼ਨ ਆਉਂਦੀ ਆ ਵੀ ਜੇ ਤੁਸੀਂ ਡਿਸਾਈਡ ਕਰਦੇ ਹੋ ਤੁਸੀਂ ਸੇਫ ਹੈ ਨਹੀਂ ਤੇ ਤੁਸੀਂ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਯੈਸ ਰਿਸੋਰਸਿਸ ਹੈਗੇ। ਫਿਰ ਸਾਡਾ ਫਰਜ਼ ਬਣਦਾ ਸੀ ਉਹਨਾਂ ਨੂੰ ਰਿਸੋਰਸਿਸ ਦੇ ਨਾਲ ਕਨੈਕਟ ਕਰਾਉਣੇ ਆ ਕਿਉਂਕਿ ਇਹੋ ਜਿਹੇ ਟ੍ਰਾਂਜੀਸ਼ਨ ਹਾਊਸਿਸ ਹੈਗੇ ਇਹ ਤੋਂ ਫ੍ਰੀ ਰਹਿ ਸਕਦੇ ਆ ਤੇ ਜੋ ਵੀ ਇਹਨਾਂ ਨੂੰ ਇਨਕਮ ਹੈ ਜੋ ਵੀ ਸਰਵਾਈਵ ਕਰਨ ਵਾਸਤੇ ਬੱਚਾ ਪਾਲਣ ਵਾਸਤੇ ਹੈ ਨਾ ਤੇ ਉਹ ਸਾਰੀਆਂ ਅਸੀਂ ਉਹਨਾਂ ਨੂੰ ਸੇਵਾਵਾਂ ਦਿੰਦੇ ਹਾਂ। ਸੋ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਦੋਂ ਕੋਈ ਰੀਚ ਆਊਟ ਕਰਦਾ ਤਾਂ ਉਹਨਾਂ ਦਾ ਫਸਟ ਇਹੀ ਇੰਟੈਂਸ਼ਨ ਹੁੰਦੀ ਹੈ ਮੋਸਟ ਪੀਪਲ ਦੀ ਵੀ ਅਸੀਂ ਆਪਦਾ ਘਰ ਬਚਾ ਕੇ ਰੱਖਣਾ ਹੈ ਨਾ। ਅਸੀਂ MCFD ਦੇ ਨਾਲ ਐਡਵੋਕੇਸੀ ਕਰਦੇ ਹਾਂ ਕਿ ਜੇ ਮਾੜਾ ਜਿਹਾ ਇੱਕ ਬੱਚੇ ਨੂੰ ਤੁਸੀਂ ਝਿੜਕਤਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਆਪਦੇ ਬੱਚੇ ਨੂੰ ਅਬਿਊਜ਼ ਕਰ ਰਹੇ ਹਾਂ। ਇਹ ਸਾਡੇ ਕਈ ਵਾਰੀ ਸਾਡੇ ਫੈਮਿਲੀਜ਼ ਨੂੰ ਜਾਣਕਾਰੀ ਨਹੀਂ ਹੁੰਦੀ ਵੀ ਕੈਨੇਡੀਅਨ ਕਲਚਰ ਦੇ ਵਿੱਚ ਅਬਿਊਜ਼ ਕਿਹਨੂੰ ਕਿਹਾ ਜਾਂਦਾ ਵੀ ਥੱਪੜ ਲਾਤਾ ਤਾਂ ਉਹਨੂੰ ਅਬਿਊਜ਼ ਮੰਨਦੇ ਮਿਨਿਸਟਰੀ ਵਾਲੇ ਕਿ ਕਿੱਦਾਂ। ਤੇ ਮਿਨਿਸਟਰੀ ਦੀ ਵੀ ਮੈਂਡੇਟ ਹੈ ਮਿਨਿਸਟਰੀ ਨੂੰ ਵੀ ਦੁਸ਼ਮਣ ਨਾ ਸਮਝਣ ਲੋਕ ਵੀ ਉਹਨਾਂ ਨੂੰ ਵੀ ਹੁੰਦਾ ਵੀ ਕਿਸ ਤਰ੍ਹਾਂ ਤੁਹਾਨੂੰ ਐਜੂਕੇਸ਼ਨ ਦੀ ਵੀ ਪੇਰੈਂਟਿੰਗ ਇੱਥੇ ਕਿਸ ਤਰ੍ਹਾਂ ਦੀ ਡਿਫਰੈਂਟ ਹੈ। ਸਕੂਲਾਂ 'ਚ ਬੱਚੇ ਕੁਝ ਸਿੱਖ ਕੇ ਆਉਂਦੇ ਘਰੇ ਆ ਕੇ ਕਹਿੰਦੇ ਥੱਪੜ ਲਾ ਕੇ ਦੇਖੋ ਮੈਂ 911 ਕਾਲ ਕਰ ਦੇਣਾ। ਸੋ ਇਹ ਹੀ ਹੈ ਕਿ ਵੀ ਅਸੀਂ ਸਿਰਫ ਆ ਕਹਿੰਦੇ ਜੀ ਮਿਨਿਸਟਰੀ ਕਹਿੰਦੀ ਸਕੂਲਾਂ 'ਚ ਵੀ ਉਹੀ ਕੁਝ ਸਿੱਖਦੇ ਆ। ਸੋ ਸਾਡਾ ਆਈਡੀਆ ਹੈਗਾ ਸਿਰਫ ਉਹਨਾਂ ਨੂੰ ਐਜੂਕੇਸ਼ਨ ਤੇ ਇਨਫੋਰਮੇਸ਼ਨ ਦੇਣੀ ਤੇ ਰਿਸੋਰਸਿਸ ਦੇਣੇ ਜਿੱਥੇ ਵੀ ਹੈਗੇ ਉਹ ਜਿਸ ਤਰ੍ਹਾਂ ਦੀ ਵੀ ਹੈਲਪ ਚਾਹੁੰਦੇ ਆ ਉੱਥੇ ਰਹਿਣਾ ਚਾਹੁੰਦੇ ਆ ਉੱਥੇ ਬਹਿ ਕੇ ਹੈਲਪ ਲੈਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਹੈਲਪ ਕਰਨ ਲਈ ਤਿਆਰ ਹਾਂ। ਨਾ ਸਿਰਫ ਇਕੱਲੀਆਂ ਭੈਣਾਂ ਨੂੰ ਜਿਹੜੇ ਮੇਲ ਹੈਗੇ ਆ ਨਾ ਉਹ ਵੀ ਰੀਚ ਆਊਟ ਕਰ ਸਕਦੇ ਕਿ ਉਹਨਾਂ ਨੂੰ ਵੀ ਪਤਾ ਹੁੰਦਾ ਮੇਰੇ ਤੋਂ ਇੱਕ ਵਾਰੀ ਗਲਤੀ ਹੋ ਗਈ ਮੈਂ ਅੱਗੋਂ ਕੀ ਕਰਾਂ ਕਿੱਥੇ ਜਾ ਸਕਦਾ। ਇੱਕ ਬਹੁਤ ਵੱਡਾ ਹੁਣ ਇਸ਼ੂ ਹੋ ਰਿਹਾ ਜੀ ਕਿ ਕੁਝ ਬੱਚੇ ਅਨਫੋਰਚੂਨੇਟਲੀ ਗੈਂਗਸ ਦੇ ਵਿੱਚ ਜਾ ਰਹੇ ਨੇ ਜਾਂ ਕੁਝ ਬੱਚੇ ਡਰੱਗਸ ਦਾ ਵੀ ਜਾ ਰਹੇ ਨੇ ਉਹਨਾਂ ਦੇ ਬਾਰੇ ਵੀ ਤੁਹਾਨੂੰ ਹੈਲਪ ਕਰਨ ਦੀ ਉਹ ਵੀ ਅਪਰੋਚ ਕਰ ਸਕਦੇ ਨੇ ਤੁਹਾਨੂੰ। ਹਾਂਜੀ ਸਾਨੂੰ ਲੇਟਲੀ ਹੁਣ ਸਮਰ ਬੱਚੇ ਘਰ ਆ ਕਾਫੀ ਪੇਰੈਂਟਸ ਆਏ ਸੀ ਕਿ ਥੋੜੇ ਵਰਿਡ ਸੀ ਨਾ ਕਿ ਸਾਰਾ ਦਿਨ ਬੇਟਾ ਅੰਦਰ ਬੈਠਾ ਰਹਿੰਦਾ ਆ ਕੋਈ ਤੇ ਅਸੀਂ ਹੋਰ ਆਰਗੇਨਾਈਜੇਸ਼ਨ ਜਿਵੇਂ ਉਹਨਾਂ ਨੂੰ ਕੈਂਪਸ ਵਗੈਰਾ 'ਚ ਪਾਉਣਾ ਅਸੀਂ ਕਿਹੜੀਆਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਬੱਚੇ ਨਾਲ ਇੰਟਰਵਿਊ ਕਰਕੇ ਕਿ ਤੂੰ ਕੀ ਕਰਨਾ ਤੇ ਤੇਰੇ ਕੀ ਸ਼ੌਕ ਆ ਤੇਰਾ ਕੀ ਪੈਸ਼ਨ ਆ ਉਹਨਾਂ ਨੂੰ ਇਨਵੋਲਵ ਕਰਨਾ। ਸੋ ਵੀ ਡੂ ਦੈਟ। ਸੋ ਇਹ ਬਿਗਿਨਿੰਗ ਆ ਨਾ ਪ੍ਰੀਵੈਂਸ਼ਨ। ਸੋ ਕਈ ਵਾਰੀ ਆਈ ਥਿੰਕ ਜੇ ਸ਼ੁਰੂ ਤੋਂ ਹੀ ਸੋ ਮੇਨ ਚੀਜ਼ ਇਹਨਾਂ ਦੀ ਕਿ ਸਾਡੀ ਇਹੋ ਜਿਹੀ ਨਾ ਪੁਆਇੰਟ ਹੋਵੇ ਕਿਤੇ ਕਿ ਸੱਚੀ ਜ਼ਿਆਦਾ ਚੱਲ ਜਵੇ ਰਾਈਟ। ਸੋ ਜੇ ਸ਼ੁਰੂ ਤੋਂ ਹੀ ਉਸ ਚੀਜ਼ ਨੂੰ ਕਿਸੇ ਤਰ੍ਹਾਂ ਹੈਲਪ ਕਰ ਲਈਏ ਜੇ ਬੱਚਿਆਂ ਨੂੰ ਆਊਟਲੈਟ ਦਿੰਦੇ ਜਿੱਥੇ ਆਪਾਂ ਨੂੰ ਸਪੋਰਟਸ ਲਈ ਇੰਟਰੋਡਿਊਸ ਕਰਾਉਣੇ ਕੈਂਪਸ ਦੇ ਵਿੱਚ ਜਾਂਦੇ ਬੱਚੇ ਨੂੰ ਘਰੇ ਰਹੂਗਾ ਤੁਸੀਂ ਸੋਚੋ ਵੀ ਮਾਂ ਪਿਓ ਕੰਮ ਕਰਨਗੇ ਛੋਟੇ ਬੱਚੇ ਇੰਨਾ ਕੰਪਰੀਹੈਂਸ਼ਨ ਹੈ ਨਹੀਂ ਫੋਨ ਹੈਗਾ ਟੀਵੀ ਨੂੰ ਤਾਂ 4 ਘੰਟੇ ਉਹੀ ਦੇਖਣਾ ਹੁਣ ਕੀ ਦੇਖਦੇ ਆ ਉਹ ਆਪਾਂ ਕੰਟਰੋਲ ਨਹੀਂ ਕਰ ਸਕਦੇ ਬਿਕੋਜ਼ ਆਪਾਂ ਅਰਾਊਂਡ ਨਹੀਂ ਹੁੰਦੇ ਤਾਂ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਇਹੋ ਜਿਹੀ ਆਊਟਲੈਟ ਮਿਲੇ ਜਿੱਥੋਂ ਆਪਦੇ ਆਪਣੇ ਹੈਲਥੀ ਤਰੀਕੇ ਨਾਲ ਇੰਗੇਜ ਕਰ ਸਕਣ ਉਹਨਾਂ ਨੂੰ ਮੈਂਟਰਸ਼ਿਪ ਮਿਲੇ ਵੱਡੇ ਬੱਚਿਆਂ ਨੂੰ ਦੇਖਣ ਵੀ ਕਿਸ ਤਰ੍ਹਾਂ ਵਲੰਟੀਅਰ ਕਰਦੇ ਮੈਂ ਵੀ ਇਹੀ ਕਰਨਾ ਕੱਲ੍ਹ ਨੂੰ। ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸੁਸਾਇਟੀ ਦੇ ਵਿੱਚ ਆਪਣੀ ਹੈਗੀਆਂ ਅਵੇਲੇਬਲ ਤੇ ਅਸੀਂ ਰੋਲ ਪਲੇ ਕਰਦੇ ਹਾਂ ਅਸੀਂ ਉਹਨਾਂ ਪੇਰੈਂਟਸ ਦੀ ਗੱਲ ਸੁਣਦੇ ਹਾਂ ਬੱਚਿਆਂ ਦੀ ਗੱਲ ਸੁਣਦੇ ਹੋ ਕੀ ਕਰਨਾ ਚਾਹੁੰਦੇ ਆ ਫਿਰ ਮਿਊਚੁਅਲ ਐਗਰੀਮੈਂਟ ਨਾਲ ਇਹੋ ਜਿਹੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਅਸੀਂ ਲਵਾਉਂਦੇ ਹਾਂ। ਅੱਛਾ ਰੀਸੈਂਟਲੀ ਨਾ ਮਨਦੀਪ ਸੁਸਾਈਡ ਕੇਸ ਹੋਇਆ US ਦੇ ਵਿੱਚ ਜਿਹੜਾ ਬਹੁਤ ਚਰਚਾ ਵੀ ਹੋਈ ਉਹਦੀ ਤੁਸੀਂ ਸੋਚਦੇ ਹੋ ਕਿ ਜੇ ਤੁਹਾਡੇ ਵਰਗੀ ਆਰਗੇਨਾਈਜੇਸ਼ਨ ਨਾਲ ਮਨਦੀਪ ਟੱਚ ਹੁੰਦੀ ਉਸ ਤੋਂ ਕਾਉਂਸਲਿੰਗ ਲੈਂਦੀ ਤਾਂ ਆਪਣਾ ਕੁਛ ਉਹ ਜਿਹੜੀਆਂ ਵੀ ਉਹਦੀਆਂ ਦਿੱਕਤਾਂ ਸੀਗੀਆਂ ਉਹਨਾਂ ਨੂੰ ਸੋਲਿਊਸ਼ਨ ਵੱਲ ਗੱਲ ਤੁਰਦੀ ਤਾਂ ਉਹਦੀ ਜਾਨ ਬਚ ਸਕਦੀ ਸੀ। ਹਾਂਜੀ ਕਈ ਵਾਰੀ ਇੱਦਾਂ ਹੁੰਦਾ ਕਿ ਜਦੋਂ ਸੁਸਾਈਡ ਜਦੋਂ ਕੋਈ ਬੰਦਾ ਕੀ ਰੀਜ਼ਨ ਕਰਕੇ ਹੋਈ ਹੈ ਨਾ ਸੋ ਵੀ ਡੋਨਟ ਨੋ ਪਰ ਇੱਦਾਂ ਹੈ ਕਿ ਜਦੋਂ ਤੁਹਾਡੇ ਕੋਲ ਰਿਸੋਰਸ ਆ ਜਾਂਦੇ ਆ ਤਾਂ ਤੁਹਾਨੂੰ ਕਿਉਂਕਿ ਜਦੋਂ ਬੰਦਾ ਇਹ ਸੋਚਦਾ ਕਿ ਹੁਣ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਨਾ ਸੋ ਅਸੀਂ ਇੱਕ ਜਿਹੜੀ ਐਨਾਲੋਜੀ ਇਹ ਦਿੰਦੇ ਕਿ ਜਿਵੇਂ ਤੁਸੀਂ ਇੱਕ ਟਨਲ 'ਚ ਆ ਉਹਨੂੰ ਸਿਰਫ ਇੱਕ ਅੰਧੇਰਾ ਹੀ ਦਿਸਦਾ ਹੈ ਨਾ ਉਹਨੂੰ ਲੱਗਦਾ ਨਹੀਂ ਕਿ ਇਹ ਤੋਂ ਇੰਨੀ ਇਹੋ ਜਿਹੀ ਪੇਨ ਹੈ ਕਿ ਲੱਗਦਾ ਕਿ ਇਸ ਪੇਨ 'ਚੋਂ ਮੈਂ ਨਿਕਲ ਨਹੀਂ ਸਕਦੀ। ਸੋ ਜੇ ਕੋਈ ਬੰਦਾ ਉਹ ਥੋੜ੍ਹੀ ਜਿਹੀ ਰੋਸ਼ਨੀ ਦਿਖਾ ਦੇਵੇ ਫਿਰ ਉਹਨੂੰ ਲੱਗਦਾ ਨਹੀਂ ਮੈਂ ਟਨਲ 'ਚੋਂ ਨਿਕਲ ਜਾਣਾ ਰਾਈਟ। ਸੋ ਮੇਨ ਸਾਡਾ ਇਹੀ ਗੋਲ ਹੁੰਦਾ ਜੇ ਸਾਨੂੰ ਕੋਈ ਫੋਨ ਕਰਦਾ ਆ ਕਿ ਡਜ਼ਨਟ ਮੈਟਰ ਕੋਈ ਡੋਮੈਸਟਿਕ ਵਾਇਲੈਂਸ ਜਾਂ ਕੋਈ ਹੋਰ ਵੀ ਕਿਸੇ ਕਰਕੇ ਕਈ ਵਾਰੀ ਉਹਦੀ ਮੈਂਟਲੀ ਤੁਸੀਂ ਚੰਗੇ ਭਲੇ ਤੁਹਾਨੂੰ ਸੱਟ ਲੱਗ ਗਈ ਤੁਸੀਂ ਸੋਚਦੇ ਦੈਟਸ ਇਟ ਮਾਈ ਲਾਈਫਸ ਗੋਨ ਰਾਈਟ। ਸੋ ਅਸੀਂ ਉਸ ਨੂੰ ਉਸ ਟਨਲ ਦੇ ਵਿੱਚੋਂ ਹੱਥ ਫੜ ਕੇ ਉਹ ਲਾਈਟ ਤੇ ਲੈ ਕੇ ਜਾਣਾ ਹੈ ਨਾ ਸਮਟਾਈਮਸ ਅਸੀਂ ਸਕਸੈਸਫੁਲ ਹੋ ਜਾਂਦੇ ਹਾਂ ਲਾਈਫ ਤੇ ਕਈ ਵਾਰੀ ਨਹੀਂ ਵੀ ਹੁੰਦੇ ਨੇ ਸੋ ਐਟਲੀਸਟ ਪਰ ਵੀ ਹੈਵ ਟੂ ਟਰਾਈ। ਤੁਹਾਨੂੰ ਆਪਣੀ ਆਰਗੇਨਾਈਜੇਸ਼ਨ ਵੱਲੋਂ ਇਹ ਲੱਗਦਾ ਹੈਗਾ ਜੀ ਕਿ ਕੋਈ ਵੀ ਕੇਸ ਇੰਨਾ ਸਟ੍ਰੈਚ ਨਹੀਂ ਹੁੰਦਾ ਕਿ ਉਹ ਲਾਈਫ ਹੀ ਆਪਣੀ ਖਤਮ ਕਰ ਲੇ anybody can be saved at any extent of life। ਹਾਂਜੀ ਪਰ ਫਿਰ ਵੀ ਕਈ ਵਾਰ ਇੱਦਾਂ ਵੀ ਹੁੰਦਾ ਜਦੋਂ ਇੱਕ ਬੰਦੇ ਨੇ ਥਾਂ ਲਿਆ ਕਿ ਨਹੀਂ ਨਾ ਲੈਣੀ ਹੈ ਜਾਨ there is nothing right ਕਈ ਵਾਰੀ ਉਹ ਸੋ at the end of the day ਪਰ ਅਗੇਨ ਅਸੀਂ ਪ੍ਰੀਵੈਂਸ਼ਨ ਆ ਕਰਾਂਗੇ ਪਰ ਕਈ ਵਾਰੀ ਕੋਈ ਮੈਂਟਲ ਹੈਲਥ ਕਹਿ ਲਓ ਜਾਂ ਕੋਈ ਇਹੋ ਜਿਹੀ ਹੁੰਦੀ ਉਹਨਾਂ ਨੂੰ ਲੱਗਦਾ ਕਿ
ਇਹੀ ਆ ਮੇਰਾ ਐਂਡ ਹੈ ਨਾ। ਜੇ ਉਹ ਟਾਈਮਲੀ ਹੈਲਪ ਨਹੀਂ ਮਿਲਦੀ ਤਾਂ ਇਹ ਗੱਲ ਹੁੰਦੀ, ਪਰ ਜੇ ਉਹ ਟਾਈਮਲੀ ਹੈਲਪ ਮਿਲ ਜਾਵੇ ਮੈਨੂੰ ਲੱਗਦਾ ਕਿ ਵੀ ਕੈਨ ਹੈਲਪ, ਅਸੀਂ ਕੰਟੈਕਟ ਕਰ ਸਕਦੇ ਹਾਂ। And I think intervention, yeah, I can add to that ਕਿ ਜਿਵੇਂ ਨੀਨਾ ਕਹਿ ਰਹੇ ਵੀ ਇੰਟਰਵੈਂਸ਼ਨ ਤਾਂ ਉਦੋਂ ਹੁੰਦੀ ਜਦੋਂ ਪ੍ਰੋਬਲਮ ਹੋ ਗਈ ਆ। ਕਈ ਵਾਰੀ ਅਨਫੋਰਚੂਨੇਟਲੀ ਕਾਲਸ ਉਦੋਂ ਹੀ ਆਉਂਦੀ ਹੈ ਜਦੋਂ ਪ੍ਰੋਬਲਮ ਹੋਈ ਵੀ ਹੁੰਦੀ ਆ, ਬਟ ਫਿਰ ਵੀ ਬੈਟਰ ਹੈਗਾ ਜੋ ਆਪਾਂ ਮਨਦੀਪ ਬਾਰੇ ਗੱਲ ਕਰ ਰਹੇ ਉਸ ਬੰਦਾ ਉੱਥੋਂ ਤੱਕ ਪਹੁੰਚੇ। ਪਰ ਪ੍ਰੀਵੈਂਸ਼ਨ ਇਜ਼ ਈਵਨ ਬੈਟਰ। ਸੋ ਤਾਂ ਇਹ ਹੈਲਪਲਾਈਨ ਖੋਲੀ ਹੈ ਵੀ ਜਦੋਂ ਤੁਹਾਨੂੰ ਲੱਗਦਾ ਕਿ ਪ੍ਰੋਬਲਮਸ ਹੋ ਰਹੀਆਂ, ਤੁਹਾਨੂੰ ਬੋਦਰ ਕਰਨੀ ਸ਼ੁਰੂ ਕਰਤੀਆਂ, ਟਾਕ ਅਬਾਊਟ ਇਟ, ਸਾਇਲੈਂਸ ਨਾ ਰੱਖੋ। ਅਗੇਨ ਇਹ ਨਾ ਸੋਚੋ ਕਿ ਕਿਸੇ ਨੇ ਤੁਹਾਡਾ ਘਰ ਤੋੜ ਦੇਣਾ, ਤੁਸੀਂ ਫੋਨ ਕਰਤਾ ਕਿ ਕੁੜੀਆਂ ਨੇ ਇਹ ਕਹਿਣਾ ਘਰ ਛੱਡ ਕੇ ਚਲੀਆਂ ਜੋ ਆਹੀ ਸੋਲੂਸ਼ਨ ਹੈ, ਏਦਾਂ ਨਹੀਂ ਹੁੰਦਾ। ਜਿੱਥੇ ਤੁਸੀਂ ਹੈਗੇ ਹੋ ਤੁਹਾਨੂੰ ਟੂਲਸ ਮਿਲਣਗੇ, ਰਿਸੋਰਸਿਸ ਮਿਲਣਗੇ, ਤੁਹਾਡੀ ਆਪ ਦੀ ਕਮਿਊਨੀਕੇਸ਼ਨ ਵੀ ਹੋ ਸਕਦੀ ਹੈ ਤੁਹਾਡੇ ਕੋਲ ਲੈਕ ਆਫ ਕਮਿਊਨੀਕੇਸ਼ਨ ਹੋਵੇ, ਤੁਸੀਂ ਐਕਸਪੈਕਟ ਕਰਦੇ ਹੋ ਵੀ ਮੇਰਾ ਪਾਰਟਨਰ ਮੇਰਾ ਮਾਈਂਡ ਰੀਡ ਕਰ ਲੇ ਤੇ ਉਹਨੂੰ ਨਾ ਪਤਾ ਲੱਗੇ। ਸੋ ਕਮਿਊਨੀਕੇਸ਼ਨ ਤੇ ਫੋਕਸ ਕਰੀਦਾ। ਹੋਰ ਜਿਹੜੀਆਂ ਸਟ੍ਰੈਟੇਜੀਜ਼ ਹੈਗੀਆਂ ਉਹਦੇ ਬਾਰੇ ਗੱਲ ਕਰੀਦੀ, ਰਿਸੋਰਸਿਸ ਦੱਸੇ, ਉਹਨਾਂ ਨੂੰ ਆਊਟਲੈਟ ਮਿਲ ਜਾਂਦੀ ਹੈ, ਉਹਨਾਂ ਨੂੰ ਹੋਰ ਥੋੜਾ ਜਿਹਾ ਕਹਿ ਲਓ ਨਾ ਮਿਲ ਜਾਂਦਾ ਹੈ, ਕਿਸੇ ਨਾਲ ਗੱਲਬਾਤ ਕਰ ਸਕਦੀ ਹਾਂ, ਮੇਰੇ ਕੋਲ ਹੀ ਹੈਗੀਆਂ ਰਿਸੋਰਸਿਸ। ਜਦੋਂ ਤੁਹਾਨੂੰ ਪਤਾ ਕਿ ਮੈਂ ਇਕੱਲੀ ਨਹੀਂ ਜਾਂ ਇਕੱਲਾ ਨਹੀਂ, ਤਾਂ ਫਿਰ ਹੋਪਫੁਲੀ ਯੂ ਕੈਨ ਪ੍ਰੀਵੈਂਟ ਕਿ ਜਦੋਂ ਬੰਦਾ ਇਕੱਲਾ ਉਸ ਤਰ੍ਹਾਂ ਚ ਜਿਹੜੀ ਨੀਨਾ ਕਹਿ ਰਹੇ ਜਾਂਦਾ ਕਿ ਮੇਰਾ ਤਾਂ ਆਹੀ ਅੰਤ ਹੈ, ਇਸ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਸੋ ਇੰਟਰਵੈਂਸ਼ਨ ਤੋਂ ਪ੍ਰੀਵੈਂਸ਼ਨ ਬੈਟਰ ਹੈ। So again, like don't keep it silence, even though ਆਪਣੇ ਜਿਹੜੀ ਮਾਂ-ਬਾਪ ਨੇ ਉਹੀ ਕਹਿੰਦੇ ਰਹੇ ਜੋ they knew better ਵੀ ਆਪਦੇ ਘਰ 'ਚ ਹੀ ਰੱਖੋ, ਬਾਹਰ ਨਾ ਗੱਲ ਕਰ ਦਿਓ। ਪਰ ਜਦੋਂ ਡੋਮੈਸਟਿਕ ਵਾਇਲੈਂਸ ਵਾਲੀ ਕੋਈ ਚੀਜ਼ ਹੋ ਜਾਂਦੀ ਹੈ ਜਾਂ ਘਰੇ ਵਾਇਲੈਂਸ ਤੁਹਾਡਾ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਉਹਨਾਂ ਤੋਂ ਤੁਹਾਨੂੰ ਇਹਦੀ ਚੀਜ਼ਾਂ ਮਹਿਸੂਸ ਹੁੰਦੀਆਂ, ਇਟਸ ਨੋਟ ਅਬਾਊਟ ਦ ਪ੍ਰਾਈਵੇਸੀ ਐਨੀਮੋਰ, ਇਹ ਸੋਸਾਇਟੀ ਦਾ ਇਸ਼ੂ ਹੈ। ਸੋ ਨਹੀਂ ਤਾਂ ਫਿਰ ਮਨਦੀਪ ਨੂੰ ਐਂਡ ਅਪ ਹੁੰਦਾ। ਸੋ ਟਾਕ ਅਬਾਊਟ ਇਟ, ਹੈਲਪ ਲਓ ਆਪਣੀ, ਜਿਹੜੀ ਅਵੇਲੇਬਲ ਹੈਗੀ ਹੈ। ਨੀਨਾ ਜੀ, ਅਖੀਰ ਦੇ ਵਿੱਚ ਕੋਈ ਵਿਊਅਰਸ ਨੂੰ ਕੋਈ ਅਪੀਲ ਕਰਨਾ ਚਾਹੋ ਤਾਂ ਕਿ ਉਹ ਤੁਹਾਨੂੰ ਮੈਕਸਿਮਮ ਕੰਟੈਕਟ ਕਰਨ, ਜੋ ਕੋਈ ਵੀ ਕ੍ਰਾਈਸਿਸ ਉਹਨਾਂ ਨੂੰ ਹੋਵੇ, ਉਹਦੇ ਨਾਲ ਨਾਲ ਤੁਹਾਡਾ ਹੈਲਪਲਾਈਨ ਜੋ ਨੰਬਰ ਹੈ ਉਹ ਵੀ ਦੱਸ ਦਿਓ ਤਾਂ ਕਿ ਹੈਲਪ ਹੋ ਸਕੇ ਲੋਕਾਂ ਦੀ। ਸੋ ਇੱਕੋ ਮੈਸੇਜ ਹੈ ਕਿ ਕੋਈ ਕਦੇ ਇੱਦਾਂ ਨਾ ਸੋਚੋ ਕਿ ਇਹ ਕੀ ਸਵਾਲ ਆ ਨਾ, ਮੇਰੇ ਇਹ ਖਾਲੀ ਮੇਰੇ ਮਨ ਦੇ ਹੀ ਆ ਖਿਆਲ ਆ, ਮੈਂ ਠੀਕ ਆ। ਫੋਨ ਚੱਕੋ, ਗੱਲ ਕਰੋ। ਮੇਬੀ ਪਰਮਾਤਮਾ ਕਰੇ ਕੁਛ ਵੀ ਨਾ ਹੋਵੇ, ਤੁਸੀਂ ਐਨ ਠੀਕ ਹੋਵੋ, ਸਾਰੇ ਆਪਣੇ ਘਰਾਂ 'ਚ ਖੁਸ਼ ਹੋਵੋ। ਪਰ ਜੇ ਕੋਈ ਹੈਗੀ ਆ, ਸੋ ਲੈਟਸ ਟਾਕ। ਐਂਡ ਇਹ ਆ ਕਿ ਕਈ ਵਾਰੀ ਜਿਹੜਾ ਪ੍ਰੋਫੈਸ਼ਨਲੀ ਜਦੋਂ ਕੋਈ ਇੰਟਰਵੀਨ ਕਰਦਾ ਨਾ, ਉਹਦੇ ਵਿੱਚ ਥੋੜ੍ਹਾ ਡਿਫਰੈਂਸ ਹੁੰਦਾ। ਬਿਕੋਜ਼ ਜਦੋਂ ਆਪਣੇ ਭੈਣ ਭਰਾ ਜਾਂ ਆਪਣੇ ਉਹਨਾਂ 'ਚ ਅਸੀਂ ਇਮੋਸ਼ਨਲੀ ਬਹੁਤ ਇਨਵੋਲਵ ਹੁੰਦੇ ਹਾਂ ਨਾ, ਸਾਨੂੰ ਹਰਟ ਹੁੰਦਾ ਕਿ ਹਾਏ ਮੇਰੇ ਬੱਚੇ ਨਾਲ ਇੱਦਾਂ ਹੋ ਰਿਹਾ ਜਾਂ ਮੇਰੀ ਭੈਣ ਨਾਲ। ਪਰ ਜਿਹੜਾ ਪ੍ਰੋਫੈਸ਼ਨਲ ਉਹ ਤੁਹਾਡੇ ਨਾਲ ਇੰਨਾ ਇਮੋਸ਼ਨਲ ਨਹੀਂ ਹੁੰਦਾ, ਇਸ ਲਈ ਉਹ ਤੁਹਾਨੂੰ ਪ੍ਰੋਪਰ ਪ੍ਰੋਫੈਸ਼ਨਲ ਐਡਵਾਈਸ ਦੇਣੀ ਹੈ ਨਾ, ਜਾਂ ਆਪਸ਼ਨਸ ਦੇਣੀ, ਨਿਊਟਰਲ ਕਹਿ ਸਕਦੇ ਹੋ, ਬਾਇਸ ਨਹੀਂ ਹੁੰਦੀ ਹੈਗੀ। ਸੋ ਤੁਸੀਂ ਅਟੈਚ ਨਹੀਂ ਹੁੰਦੇ ਸਿਚੁਏਸ਼ਨ ਦੀ ਆਊਟਕਮ ਨਾਲ। ਸੋ ਇਹ ਆ ਡਿਫਰੈਂਸ। ਨੰਬਰ ਵੀ ਆਪਣਾ ਇੱਕ ਵਾਰੀ ਦੱਸ ਦਿਓ। ਸੋ ਸਾਡਾ ਹੈਗਾ 6049009221 ਤੇ ਪੰਜਾਬੀ ਚ ਹੈਗਾ 604-992-21 ਤੇ ਅਗੇਨ 8 ਵਜੇ ਤੋਂ ਲੈ ਕੇ 8 ਵਜੇ ਤੱਕ 7 ਦਿਨ ਖੁੱਲਦੇ ਹਨ ਹਫਤੇ ਦੇ, ਕਦੇ ਵੀ ਫੋਨ ਕਰ ਲਿਓ। ਥੈਂਕ ਯੂ। ਸਾਡੀ ਵੈਬਸਾਈਟ ਵੀ ਹੈਗੀ, ਸੋ ਸਾਹਸ ਨੂੰ ਗੂਗਲ ਕਰ ਲਿਓ ਤੇ ਆ ਜਾਣਾ। ਨੀਨਾ ਜੀ, ਕਰਮਜੀਤ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਏ, ਸਾਰਾ ਇਹ ਗੱਲਾਂ ਦੱਸੀਆਂ ਕਿ ਤੁਹਾਡੀ ਆਰਗੇਨਾਈਜੇਸ਼ਨ ਕਿੱਦਾਂ ਕੰਮ ਕਰਦੀ ਹੈ, ਕਿਹੜੇ ਰੇਂਜ ਆਫ ਇਸ਼ੂਜ਼ ਤੇ ਕੰਮ ਕਰਦੀ ਹੈਗੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਸੌਰੀ ਮੈਂ ਆਪਾਂ ਕਲੋਜ਼ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਆਪਾਂ ਕਿਤੇ ਵੀ ਕਿਸੇ ਨੇ ਮੈਂਸ਼ਨ ਨਹੀਂ ਕੀਤਾ ਕਿ ਸਰਵਿਸ ਫ੍ਰੀ ਆ। ਕਈ ਵਾਰੀ ਕਾਲਰ ਫੋਨ ਕਰਕੇ ਆਪਾਂ ਦੇ ਮੈਨੂੰ ਪੈਸੇ ਦੇਣੇ ਪੈਣੇ ਆ, ਸੋ ਫ੍ਰੀ ਸਰਵਿਸ ਆ। ਹੈਲਪਲਾਈਨ ਤੇ ਫੋਨ ਸਾਨੂੰ ਵੋਲੰਟੀਅਰਸ ਵੀ ਚਾਹੀਦੇ ਆ। ਹਾਂਜੀ, ਤੇ ਤੁਹਾਨੂੰ ਲੱਗਦਾ ਕਿ ਤੁਸੀਂ ਐਸ ਆਰਗੇਨਾਈਜੇਸ਼ਨ ਦੇ ਪਾਰਟ ਬਣ ਸਕਦੇ ਹੋ, ਪਲੀਜ਼ ਸਾਨੂੰ ਕੰਟੈਕਟ ਕਰੋ। ਸਾਨੂੰ ਬਹੁਤ ਜ਼ਿਆਦਾ ਚਾਹੀਦੇ ਆ ਕਿ ਬਹੁਤ ਵੋਲੰਟੀਅਰਸ ਤੋਂ। ਸੋ ਅਗੇਨ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਇਹ ਗੱਲਬਾਤ ਲਈ। ਦਰਸ਼ਕੋ, ਤੁਹਾਨੂੰ ਦੱਸ ਦਈਏ ਕਿ ਜਿਹੜੀ ਸਾਹਸ ਕਮਿਊਨਿਟੀ ਸਰਵਿਸ ਸੁਸਾਇਟੀ ਹੈ, ਇਹ NGO ਹੈ, ਗਵਰਨਮੈਂਟ ਫੰਡਡ ਹੈ ਤੇ ਕੁਝ ਵੀ ਚਾਰਜ ਨਹੀਂ ਕਰਦੀ ਕਿਸੇ ਤੋਂ। ਤੋ ਪਿਕ ਅਪ ਯੂਅਰ ਫੋਨ, ਟੈਲ ਯੂਅਰ ਪ੍ਰੋਬਲਮ ਐਂਡ ਗੈਟ ਦਾ ਸੋਲੂਸ਼ਨ। ਥੈਂਕ ਯੂ ਵੈਰੀ ਮਚ।